तू ही है, कफारा मेरा तू ही है, सहारा मेरा तू ही है। मैं तेरी राहों पर चलता रहूं मेरे खुदा, मैं तेरी राहों पर चलता रहूं मेरे खुदा। मेरे खुदा, 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 मैं तेरी राहों पर चलता रहूं मेरे खुदा, मैं तेरी राहों पर चलता रहूं मेरे खुदा। कफारा मेरे पापों का तू, छुपने की तू ही जगह, पारा मेरे पापों का तू, छुपने की तू ही जगह, राहों की तू है रोशनी, रूजा बदन की शिफा, राहों की तू है रोशनी, रूजा बदन की शिफा। बाहों में मुझे ले ले तू, लहू से मुझे धो दे तू, बाहों में मुझे ले ले तू, लहू से मुझे धो दे तू। मैं तेरी राहों पर चलता रहूं मेरे खुदा, मैं तेरी राहों पर चलता रहूं मेरे खुदा। ਆਈਏ ਅਸੀਂ ਸਾਰੇ ਪ੍ਰਭੂ ਯਿਸੂ ਮਸੀਹ ਦੇ ਉਹੀ ਰਸਤੇ ਤੇ ਚੱਲਣ ਲਈ ਪ੍ਰਭੂ ਯਿਸੂ ਮਸੀਹ ਨੇ ਸਾਨੂੰ ਦਿੱਤੇ ਹੋਏ ਇਸ ਜੀਵਨ ਦਾ ਧੰਨਵਾਦ ਕਰਦੇ ਹੋਏ ਅੱਗੇ ਵਧੀਏ। ਅੱਜ ਦੇ ਸੁੰਦਰ ਦਿਨ ਦੇ ਲਈ ਪ੍ਰਭੂ ਯਿਸੂ ਮਸੀਹ ਦਾ ਧੰਨਵਾਦ ਕਰਾਂਗੇ ਜੋ ਜੀਵਨ ਸਾਡੇ ਪ੍ਰਭੂ ਨੇ ਸਾਨੂੰ ਦਿੱਤਾ ਹੈ, ਜੋ ਬਰਕਤਾਂ ਸਾਡੀ ਜ਼ਿੰਦਗੀ ਦੇ ਵਿੱਚ ਅੱਜ ਤੱਕ ਸਾਡੇ ਪ੍ਰਭੂ ਨੇ, ਸਾਡੇ ਮੁਕਤੀਦਾਤਾ ਨੇ ਸਾਨੂੰ ਦਿੱਤਾ ਹੈ। ਉਹਨਾਂ ਸਾਰਿਆਂ ਦੇ ਲਈ ਆਈਏ ਅਸੀਂ ਪ੍ਰਭੂ ਯਿਸੂ ਮਸੀਹ ਦਾ ਧੰਨਵਾਦ ਕਰੀਏ। ਅੱਜ ਦੇ ਇਸ ਪਵਿੱਤਰ ਕੁਰਬਾਨੀ ਸ਼ੁਰੂ ਹੋਣ ਤੋਂ ਪਹਿਲਾਂ ਆਈਏ ਅਸੀਂ ਵੀ ਆਪਣੇ ਅਰਦਾਸਾਂ ਨੂੰ, ਮਿਹਨਤਾਂ ਨੂੰ ਪ੍ਰਭੂ ਦੇ ਅੱਗੇ ਲਾਈਏ। ਇਸ ਪਵਿੱਤਰ ਅਲਤਾਰ ਦੇ ਸਾਹਮਣੇ ਪ੍ਰਭੂ ਯਿਸੂ ਮਸੀਹ ਦੇ ਅੱਗੇ ਪੂਰੇ ਵਿਸ਼ਵਾਸ ਦੇ ਨਾਲ ਆਈਏ ਅਸੀਂ ਆਪਣੀ ਜ਼ਰੂਰਤਾਂ ਨੂੰ ਸਮਰਪਿਤ ਕਰੀਏ। ਇੱਕ ਪਾਕੀਜ਼ਗੀ ਦੀ ਜ਼ਿੰਦਗੀ ਗੁਜ਼ਾਰਨ ਲਈ, ਪਵਿੱਤਰਦਾਈ ਦੀ ਜ਼ਿੰਦਗੀ ਗੁਜ਼ਾਰਨ ਲਈ ਅਤੇ ਪ੍ਰਭੂ ਯਿਸੂ ਦੇ ਬੇਟੇ ਬੇਟੀਆਂ ਬਣਨ ਲਈ ਆਈਏ ਅਸੀਂ ਆਸ਼ੀਸ਼ ਮੰਗੀ। ਇਸ ਮਹਾਮਾਰੀ ਦੇ ਵੇਲੇ ਵੀ ਪ੍ਰਭੂ ਯਿਸੂ ਅਸਾਂ ਸਾਰਿਆਂ ਨੂੰ ਬਚਾ ਕੇ ਰੱਖਣ ਲਈ ਪ੍ਰਭੂ ਦੇ ਅੱਗੇ ਪ੍ਰਾਰਥਨਾ ਕਰੀਏ। ਸਾਡੇ ਪਰਿਵਾਰਾਂ ਦੇ ਵਿੱਚ ਜਿੰਨੇ ਵੀ ਭੈਣ ਭਰਾਵਾਂ ਬਿਮਾਰ ਹਨ, ਜਿੰਨੇ ਵੀ ਭੈਣ ਭਰਾਵਾਂ ਇਸ ਮਹਾਮਾਰੀ ਦੇ ਕਰਕੇ ਇਸ ਕੁੱਲ ਦੁਨੀਆ ਦੇ ਵਿੱਚ ਬਿਮਾਰ ਹਨ, ਵੱਖ-ਵੱਖ ਹਸਪਤਾਲਾਂ ਦੇ ਵਿੱਚ ਦਾਖਲ ਹਨ, ਉਹਨਾਂ ਸਾਰਿਆਂ ਨੂੰ ਯਾਦ ਕਰੀਏ ਅਤੇ ਉਹਨਾਂ ਦੇ ਲਈ ਪ੍ਰਾਰਥਨਾ ਕਰੀਏ। ਮਾਫੀ ਦਾ ਵਰਦਾਨ ਅੱਜ ਦਾ ਦਿਨ ਅਸੀਂ ਮੰਗਾਂਗੇ। ਸੱਚੇ ਮਾਫੀ ਦੇ ਰਾਹੀਂ ਪ੍ਰਭੂ ਯਿਸੂ ਸਾਡੇ ਗੁਨਾਹਾਂ ਨੂੰ ਮਾਫ ਕਰਨ ਦੇ ਰਾਹੀਂ ਆਈਏ ਅਸੀਂ ਵੀ ਜਿੰਨੇ ਵੀ ਲੋਕ ਸਾਡੇ ਨਾਲ ਜਾਂ ਸਾਡੇ ਜ਼ਿੰਦਗੀ ਦੇ ਵਿੱਚ ਜਿੰਨੇ ਵੀ ਭੈਣ ਭਰਾਵਾਂ ਕੋਈ ਵੀ ਤਰ੍ਹਾਂ ਦੀ ਗਲਤੀਆਂ ਕੀਤੇ ਹਨ, ਉਹਨਾਂ ਸਾਰਿਆਂ ਨੂੰ ਆਈਏ ਅਸੀਂ ਮਾਫ ਕਰੀਏ। ਪ੍ਰਭੂ ਯਿਸੂ ਤੋਂ ਮਾਫੀ ਦਾ ਵੀ ਆਸ਼ੀਸ਼ ਮੰਗਦੇ ਹੋਏ
ਆਈਏ ਅਸੀਂ ਅੱਜ ਦੀ ਇਸ ਪਵਿੱਤਰ ਕੁਰਬਾਨੀ ਦੇ ਵਿੱਚ ਭਾਗ ਲਈਏ। ਬਾਪ ਅਤੇ ਬੇਟੇ ਅਤੇ ਰੂਹ ਪਾਕ ਦੇ ਨਾਮ ਉਤੇ ਆਮੀਨ। ਸਾਡੇ ਪ੍ਰਭੂ ਯਿਸੂ ਮਸੀਹ ਦਾ ਫਜ਼ਲ, ਖੁਦਾ ਬਾਪ ਦਾ ਪ੍ਰੇਮ ਅਤੇ ਰੂਹ ਪਾਕ ਦੀ ਸਾਂਝ ਤੁਹਾਡੇ ਨਾਲ ਹੋਵੇ ਅਤੇ ਤੁਹਾਡੀ ਰੂਹ ਦੇ ਨਾਲ ਵੀ ਹੋਵੇ। ਪਿਆਰੇ ਭਰਾਓ ਤੇ ਭੈਣੋ, ਇਹਨਾਂ ਪਵਿੱਤਰ ਭੇਦਾਂ ਨੂੰ ਮਨਾਉਣ ਲਈ ਆਈਏ ਅਸੀਂ ਆਪਣੇ ਸਾਰੇ ਗੁਨਾਹਾਂ ਨੂੰ ਇਸ ਸਮਾਂ ਕਬੂਲ ਕਰੀਏ। ਆਪਣੇ ਸਾਰੇ ਗੁਨਾਹਾਂ ਦੇ ਉੱਤੇ ਪਛਤਾਵਾ ਕਰਾਂਗੇ। ਸੱਚਾ ਤੋਬਾ ਕਰਦੇ ਹੋਏ ਪ੍ਰਭੂ ਯਿਸੂ ਮਸੀਹ ਦੇ ਅੱਗੇ ਮਾਫੀ ਮੰਗਦੇ ਹੋਏ ਆਈਏ ਅਸੀਂ ਸਾਰੇ ਮਿਲ ਕੇ ਆਖੀਏ, ਮੈਂ ਇਕਬਾਲ ਕਰਦਾ ਹਾਂ ਪੂਰੀ ਕੁਦਰਤ ਵਾਲੇ ਖੁਦਾ ਅਤੇ ਤੁਹਾਡੇ ਅੱਗੇ ਇਹ ਭਰਾਓ ਅਤੇ ਭੈਣੋ ਕਿ ਮੈਂ ਸੋਚਣ ਨਾਲ, ਬੋਲਣ ਨਾਲ, ਕਰਨ ਨਾਲ ਅਤੇ ਅਣਗਹਿਲੀ ਨਾਲ ਬਹੁਤ ਗੁਨਾਹ ਕੀਤੇ। ਆਪਣੇ ਦੋਸ਼ ਦੇ ਨਾਲ, ਆਪਣੇ ਹੀ ਦੋਸ਼ ਦੇ ਨਾਲ, ਆਪਣੇ ਬਹੁਤ ਵੱਡੇ ਦੋਸ਼ ਦੇ ਨਾਲ। ਇਸ ਲਈ ਮੈਂ ਧੰਨ ਸਦਾ ਕੁਆਰੀ ਮਰੀਅਮ, ਸਾਰਿਆਂ ਫਰਿਸ਼ਤਿਆਂ ਅਤੇ ਸੰਤਾਂ ਅਤੇ ਤੁਹਾਡੇ ਅੱਗੇ ਇਹ ਭਰਾਓ ਅਤੇ ਭੈਣੋ ਬੇਨਤੀ ਕਰਦੀ ਹਾਂ ਕਿ ਮੇਰੇ ਲਈ ਪ੍ਰਭੂ ਖੁਦਾ ਦੇ ਅੱਗੇ ਪ੍ਰਾਰਥਨਾ ਕਰੋ। ਪੂਰੀ ਕੁਦਰਤ ਵਾਲਾ ਖੁਦਾ ਸਾਡੇ ਉੱਤੇ ਦਇਆ ਕਰੇ ਅਤੇ ਸਾਡੇ ਗੁਨਾਹਾਂ ਨੂੰ ਮਾਫ ਕਰਕੇ ਸਾਨੂੰ ਸਦੀਵੀ ਜੀਵਨ ਤੱਕ ਪਹੁੰਚਾਵੇ। ਆਮੀਨ। ਇਹ ਪ੍ਰਭੂ ਦਇਆ ਕਰ, ਐ ਪ੍ਰਭੂ ਦਇਆ ਕਰ, ਇਹ ਮਸੀਹਾ ਦਇਆ ਕਰ, ਐ ਮਸੀਹਾ ਦਇਆ ਕਰ, ਇਹ ਪ੍ਰਭੂ ਦਇਆ ਕਰ। ਐ ਪ੍ਰਭੂ ਦਇਆ ਕਰ। ਅਸੀਂ ਪ੍ਰਾਰਥਨਾ ਕਰੀ। ਇਹ ਪੂਰੀ ਕੁਦਰਤ ਵਾਲੇ ਤੇ ਅਕਾਲ ਖੁਦਾ, ਤੈਨੂੰ ਬਾਪ ਕਹਿ ਕੇ ਪੁਕਾਰਨ ਦਾ ਵਿਸ਼ੇਸ਼ ਅਧਿਕਾਰ ਤੂੰ ਸਾਨੂੰ ਦਿੰਦਾ ਹੈ। ਬਖਸ਼ ਦੇ ਕਿ ਗੋਦ ਲਏ ਗਏ ਧੀਆਂ ਪੁੱਤਰਾਂ ਦੀ ਰੂਹ ਸਾਡੇ ਵਿੱਚ ਵਧਦੀ ਜਾਵੇ, ਤਾਂ ਜੋ ਅਸੀਂ ਉਸ ਵਿਰਾਸਤ ਵਿੱਚ ਵੜ ਸਕੀਏ ਜੋ ਤੂੰ ਸਾਡੇ ਲਈ ਵਾਅਦਾ ਕੀਤਾ ਹੈ। ਸਾਡੇ ਪ੍ਰਭੂ ਯਿਸੂ ਮਸੀਹ ਤੇਰੇ ਬੇਟੇ ਦੇ ਰਾਹੀਂ ਜੋ ਤੇਰੇ ਨਾਲ ਰੂਹ ਪਾਕ ਦੀ ਏਕਤਾ ਵਿੱਚ ਇੱਕ ਖੁਦਾ ਜਿਉਂਦਾ ਤੇ ਰਾਜ ਕਰਦਾ ਹੈ, ਸਦਾ ਤੋਂ ਸਦਾ ਤੀਕਰ। ਆਮੀਨ। ਅੱਜ ਦਾ ਪਾਠ ਹਿਜ਼ਕੀਏਲ ਨਬੀ ਦਾ ਗ੍ਰੰਥ, ਉਸ ਦਾ 12 ਬਾਬ 1 ਤੋਂ 12 ਐਤ ਤੱਕ। ਪ੍ਰਭੂ ਨੇ ਮੈਨੂੰ ਕਿਹਾ, ਮਾਨਵ ਪੁੱਤਰ, ਤੂੰ ਵਿਦਰੋਹੀ ਲੋਕਾਂ ਵਿੱਚ ਰਹਿ ਰਿਹਾ ਹੈ। ਉਹਨਾਂ ਦੀਆਂ ਅੱਖਾਂ ਤਾਂ ਹਨ ਪਰ ਉਹ ਦੇਖਦੇ ਨਹੀਂ ਹਨ, ਉਹਨਾਂ ਦੇ ਕੰਨ ਤਾਂ ਹਨ ਪਰ ਸੁਣਦੇ ਨਹੀਂ ਹਨ, ਕਿਉਂਕਿ ਉਹ ਵਿਦਰੋਹੀ ਹਨ। ਮਾਨਵ ਪੁੱਤਰ, ਤੂੰ ਇੱਕ ਸ਼ਰਨਾਰਥੀ ਦੇ ਵਾਂਗ ਆਪਣੇ ਸਮਾਨ ਦੀ ਗਠਰੀ ਬਣਾ ਅਤੇ ਰਾਤ ਹੋਣ ਤੋਂ ਪਹਿਲਾਂ ਬਾਹਰ ਨਿਕਲ ਜਾ। ਤੈਨੂੰ ਦੂਜੀ ਥਾਂ ਉੱਤੇ ਜਾਂਦੇ ਹੋਏ ਹਰ ਕਿਸੇ ਨੂੰ ਦੇਖਣਾ ਚਾਹੀਦਾ ਹੈ। ਹੋ ਸਕਦਾ ਹੈ ਕਿ ਉਹ ਵਿਦਰੋਹੀ ਲੋਕ ਵੀ ਤੈਨੂੰ ਦੇਖਣ। ਤੂੰ ਦਿਨ ਹੁੰਦਿਆਂ ਹੀ ਇਸ ਤਰ੍ਹਾਂ ਆਪਣੇ ਸਮਾਨ ਦੀ ਪਰਵਾਸ ਵਿੱਚ ਜਾਣ ਲਈ ਗਠਰੀ ਬੰਨ੍ਹ ਕਿ ਉਹ ਵੀ ਤੈਨੂੰ ਦੇਖ ਸਕਣ। ਤੂੰ ਉਹਨਾਂ ਦੇ ਦੇਖਦਿਆਂ ਹੋਇਆਂ ਤਰਕਾਲਾਂ ਵੇਲੇ ਇਸ ਤਰ੍ਹਾਂ ਜਾਣਾ ਜਿਸ ਤਰ੍ਹਾਂ ਤੂੰ ਪ੍ਰਵਾਸ ਵਿੱਚ ਜਾ ਰਿਹਾ ਹੋਵੇ। ਤੂੰ ਉਹਨਾਂ ਦੇ ਦੇਖਦਿਆਂ ਹੋਇਆਂ ਆਪਣੇ ਘਰ ਦੀ ਕੰਧ ਵਿੱਚ ਇੱਕ ਮਗੋਰਾ ਕੱਢਣਾ ਅਤੇ ਉਸ ਵਿੱਚੋਂ ਦੀ ਆਪਣੀ ਗਠਰੀ ਬਾਹਰ ਲੈ ਜਾਣਾ। ਤੂੰ ਉਹਨਾਂ ਦੇ ਸਾਹਮਣੇ ਹੀ ਆਪਣੀ ਗਠਰੀ ਆਪਣੇ ਮੋਢੇ ਉੱਤੇ ਰੱਖਣਾ ਅਤੇ ਆਪਣੀਆਂ ਅੱਖਾਂ ਢੱਕ ਕੇ ਬਾਹਰ ਹਨੇਰੇ ਵਿੱਚ ਜਾਣਾ, ਤਾਂ ਜੋ ਤੂੰ ਦੇਖ ਨਾ ਸਕੀ ਕਿ ਤੂੰ ਕਿੱਥੇ ਜਾ ਰਿਹਾ ਹੈ। ਤੇਰਾ ਇਹ ਸਭ ਕਰਨਾ ਇਸਰਾਏਲ ਕੌਮ ਲਈ ਇੱਕ ਚੇਤਾਵਨੀ ਦਾ ਚਿੰਨ੍ਹ ਠਹਿਰਾਵੇਗਾ। ਮੈਂ ਪ੍ਰਭੂ ਦੇ ਕਹੇ ਅਨੁਸਾਰ ਸਭ ਕੁਝ ਕੀਤਾ। ਉਸ ਦਿਨ ਮੈਂ ਇੱਕ ਸ਼ਰਨਾਰਥੀ ਦੇ ਵਾਂਗ ਆਪਣੇ ਸਮਾਨ ਦੀ ਗਠਰੀ ਬਣਾਈ ਅਤੇ ਉਸੇ ਦਿਨ ਤਰਕਾਲਾਂ ਵੇਲੇ ਮੈਂ ਆਪਣੇ ਹੱਥਾਂ ਨਾਲ ਕੰਧ ਵਿੱਚ ਮਗੋਰਾ ਕੱਢਿਆ। ਜਦੋਂ ਹਰ ਕੋਈ ਮੈਨੂੰ ਦੇਖ ਰਿਹਾ ਸੀ ਤਾਂ ਮੈਂ ਆਪਣੇ ਮੋਢੇ ਉੱਤੇ ਗਠਰੀ ਰੱਖੀ ਅਤੇ ਉੱਥੇ ਚੱਲ ਪਿਆ। ਅਗਲੇ ਦਿਨ ਸਵੇਰੇ ਹੀ ਪ੍ਰਭੂ ਨੇ ਮੈਨੂੰ ਇਹ ਸੰਦੇਸ਼ ਦਿੱਤਾ, ਇਹ ਇਸਰਾਏਲੀ ਤੇਰੇ ਤੋਂ ਪੁੱਛ ਰਹੇ ਹਨ ਕਿ ਤੂੰ ਕੀ ਕਰ ਰਿਹਾ ਹੈ। ਤੂੰ ਉਹਨਾਂ ਨੂੰ ਉੱਤਰ ਦੇ ਕਿ ਪ੍ਰਭੂ ਪਰਮੇਸ਼ਵਰ ਦਾ ਇਹ ਸੰਦੇਸ਼ ਯਰੂਸ਼ਲਮ ਦੇ ਰਾਜਕੁਮਾਰ ਸ਼ਾਸਕ ਅਤੇ ਉੱਥੋਂ ਦੇ ਨਿਵਾਸੀਆਂ ਦੇ ਲਈ ਹੈ। ਉਹਨਾਂ ਨੂੰ ਦੱਸੋ ਕਿ ਜੋ ਤੂੰ ਕੀਤਾ ਹੈ ਇਹ ਸਭ ਉਸ ਦਾ ਚਿੰਨ੍ਹ ਹੈ ਜੋ ਉਹਨਾਂ ਦੇ ਨਾਲ ਵਾਪਰੇਗਾ। ਉਹ ਸ਼ਰਨਾਰਥੀ ਅਤੇ ਬੰਦੀ ਬਣਾਏ ਜਾਣਗੇ। ਉਹਨਾਂ ਦਾ ਸ਼ਾਸਕ ਰਾਜਕੁਮਾਰ ਹਨੇਰੇ ਵਿੱਚ ਆਪਣੇ ਮੋਢੇ ਉੱਤੇ ਆਪਣੇ ਸਮਾਨ ਦੀ ਗਠਰੀ ਆਪ ਚੁੱਕੇਗਾ ਅਤੇ ਉਸ ਮਗੋਰੇ ਵਿੱਚੋਂ ਦੀ ਲੰਘ ਕੇ ਬਚੇਗਾ ਜੋ ਇਸ ਦੇ ਲਈ ਉਹਨਾਂ ਨੇ ਬਣਾਇਆ ਹੋਵੇਗਾ। ਉਹ ਆਪਣੀਆਂ ਅੱਖਾਂ ਢੱਕ ਕੇ ਜਾਵੇਗਾ ਤਾਂ ਜੋ ਉਹ ਦੇਖ ਨਾ ਸਕੇ ਕਿ ਕਿੱਥੇ ਜਾ ਰਿਹਾ ਹੈ। ਇਹ ਪ੍ਰਭੂ ਦੀ ਪਾਕ ਬਾਣੀ ਹੈ। ਖੁਦਾ ਦਾ ਸ਼ੁਕਰ ਹੋਵੇ।
ਮੈਂ ਤੈਨੂੰ ਹੀ ਖੁਦਾਵੰਦਾ ਹਰ ਰੋਜ਼ ਮੁਬਾਰਕ ਆਖਾਂਗਾ। ਮੈਂ ਤੈਨੂੰ ਹੀ ਖੁਦਾਵੰਦਾ ਹਰ ਰੋਜ਼ ਮੁਬਾਰਕ ਆਖਾਂਗਾ। ਹਮੇਸ਼ਾ ਤੇਰੇ ਨਾਲ ਨੀਵੀਂ ਜਾਂ ਮੇਰੀ ਉਸਤਤ ਗਾਵੇਗੀ। ਐ ਮੇਰੇ ਸ਼ਾਹ ਖੁਦਾਵੰਦਾ ਵਡਿਆਈ ਤੇਰੀ ਕਰਾਂਗਾ। ਮੈਂ ਸਦਾ ਦੀ ਬਿਆਨ ਕਰਾਂ ਕਿ ਤੇਰਾ ਹੈ ਮੁਬਾਰਕ ਨਾਮ। ਨੀ ਨੀ ਸਾ 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 ਨੀ ਨੀ ਸਾ 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 ਨੀ ਨੀ ਰੇ 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 ਨੀ ਨੀ ਰੇ ਰੇ ਸਾ 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 ਗਾ 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 ਸਾ 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 ਗਾ 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 ਮਾ ਪਾ ਗਾ ਮਾ ਰੇ ਗਾ ਨੀ ਰੇ ਸਾ। ਨੀ ਸਾ 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 ਨੀ ਸਾ 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 ਨੀ ਰੇ 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 ਨੀ ਰੇ ਰੇ ਸਾ ਸਾ ਗਾ 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 ਸਾ ਸਾ ਗਾ 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 ਮਾ ਪਾ ਗਾ ਮਾ ਰੇ ਗਾ ਨੀ ਰੇ ਸਾ ਮਾ ਪਾ ਗਾ ਮਾ ਰੇ ਗਾ ਨੀ ਰੇ ਸਾ ਮਾ ਪਾ ਗਾ ਮਾ ਰੇ ਗਾ ਨੀ ਰੇ ਸਾ। तेरी स्तुति हो आराधना करता हूँ मैं तुझसे ये प्रार्थना। ओ तेरी स्तुति हो आराधना करता हूँ मैं तुझसे ये प्रार्थना। महिमा से तेरी तू इस सदा को भर, जो भी तू चाहे तू यहाँ पे करे। हाले हालेलुया 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 हाले हालेलुया हालेलुया हालेलुया। ਪ੍ਰਭੂ ਤੁਹਾਡੇ ਨਾਲ ਹੋਵੇ ਅਤੇ ਤੁਹਾਡੀ ਰੂਹ ਦੇ ਨਾਲ ਵੀ ਹੋਵੇ। ਪਾਠ ਪਵਿੱਤਰ ਅੰਜੀਲ ਦਾ ਸੰਤ ਮੱਤੀ ਦੇ ਅਨੁਸਾਰ। ਤੇਰੀ ਵਡਿਆਈ ਹੋਵੇ ਐ ਪ੍ਰਭੂ। ਤਦ ਪਤਰਸ ਨੇ ਅੱਗੇ ਵੱਧ ਕੇ ਯਿਸੂ ਨੂੰ ਕਿਹਾ, ਪ੍ਰਭੂ ਜੇਕਰ ਮੇਰਾ ਭਰਾ ਮੇਰੇ ਵਿਰੁੱਧ ਪਾਪ ਕਰਦਾ ਹੈ ਤਾਂ ਮੈਂ ਕਿੰਨੇ ਕੁ ਵਾਰ ਉਸ ਨੂੰ ਮਾਫ ਕਰਾਂ? ਕਿ 7 ਵਾਰ ਤੱਕ? ਯਿਸੂ ਨੇ ਉਸ ਨੂੰ ਕਿਹਾ, ਮੈਂ ਤੁਹਾਨੂੰ ਇਹ ਨਹੀਂ ਕਹਿੰਦਾ 7 ਵਾਰ, ਸਗੋਂ 7 ਦੇ 70 ਵਾਰ। ਇਸ ਲਈ ਸੁਰਗ ਰਾਜ ਦੀ ਤੁਲਨਾ ਉਸ ਰਾਜ ਨਾਲ ਕੀਤੀ ਜਾ ਸਕਦੀ ਹੈ ਜਿਸ ਨੇ ਆਪਣੇ ਨੌਕਰਾਂ ਨਾਲ ਹਿਸਾਬ ਕਰਨਾ ਚਾਹਿਆ। ਜਦੋਂ ਉਹ ਹਿਸਾਬ ਕਰਨ ਬੈਠ ਗਿਆ ਤਾਂ ਇੱਕ ਕਰਜ਼ਦਾਰ ਉਸ ਦੇ ਸਾਹਮਣੇ ਪੇਸ਼ ਕੀਤਾ ਗਿਆ ਜਿਹਨੇ ਉਸ ਦਾ 10,000 ਤੋੜੇ ਸੋਨਾ ਦੇਣਾ ਸੀ। ਉਹ ਕਰਜ਼ਾ ਚੁਕਤਾ ਨਹੀਂ ਕਰ ਸਕਦਾ ਸੀ, ਇਸ ਲਈ ਉਸ ਦੇ ਮਾਲਕ ਨੇ ਹੁਕਮ ਜਾਰੀ ਕੀਤਾ ਕਿ ਉਸ ਨੂੰ ਅਤੇ ਉਸ ਦੀ ਪਤਨੀ, ਉਸ ਦੇ ਬੱਚਿਆਂ ਨੂੰ ਉਸ ਦੀ ਸਾਰੀ ਧਨ ਸੰਪਤੀ ਸਮੇਤ ਵੇਚ ਦਿੱਤਾ ਜਾਵੇ ਅਤੇ ਕਰਜ਼ਾ ਵਸੂਲ ਕਰ ਲਿਆ ਜਾਵੇ। ਤਦ ਉਸ ਨੌਕਰ ਨੇ ਗੋਡਿਆਂ ਭੰਨੇ ਡਿੱਗ ਕੇ ਇਹ ਮਿਹਨਤ ਕੀਤੀ, ਮਾਲਕ ਮੈਨੂੰ ਕੁਝ ਮੋਹਲਤ ਦਿਓ, ਮੈਂ ਸਭ ਕੁਝ ਤੁਹਾਨੂੰ ਚੁਕਤਾ ਕਰ ਦੇਵਾਂਗਾ। ਉਸ ਦੇ ਮਾਲਕ ਨੇ ਉਸ ਉਤੇ ਤਰਸ ਖਾ ਕੇ ਉਸ ਨੌਕਰ ਨੂੰ ਛੱਡ ਦਿੱਤਾ ਅਤੇ ਉਸ ਦਾ ਕਰਜ਼ਾ ਮਾਫ ਕਰ ਦਿੱਤਾ। ਪਰ ਉਹੀ ਨੌਕਰ ਜਦੋਂ ਬਾਹਰ ਨਿਕਲਿਆ ਤਾਂ ਉਸ ਨੂੰ ਉਸ ਦਾ ਇੱਕ ਸਾਥੀ ਨੌਕਰ ਮਿਲਿਆ ਜਿਸ ਨੇ ਉਸ ਦਾ 100 ਦਿਨਾਰ ਕਰਜ਼ਾ ਦੇਣਾ ਸੀ। ਉਸ ਨੇ ਉਸ ਨੂੰ ਗਲੇ ਫੜਦੇ ਹੋਏ ਕਿਹਾ, ਕਰਜ਼ਾ ਜੋ ਤੇਰੇ ਸਿਰ ਹੈ ਮੈਨੂੰ ਚੁਕਤਾ ਕਰ। ਇਸ ਲਈ ਉਸ ਦੇ ਸਾਥੀ ਨੌਕਰ ਨੇ ਉਸ ਦੇ ਪੈਰੀ ਪੈ ਕੇ ਉਸ ਦੇ ਅੱਗੇ ਤਰਲਾ ਮਿੰਨਤ ਕੀਤਾ, ਮੈਨੂੰ ਕੁਝ ਮੋਹਲਤ ਹੋਰ ਦਿਓ ਅਤੇ ਮੈਂ ਤੁਹਾਨੂੰ ਸਭ ਕੁਝ ਚੁਕਤਾ ਕਰ ਦੇਵਾਂਗਾ। ਪਰ ਉਹ ਨਾ ਮੰਨਿਆ ਅਤੇ ਉਸ ਨੇ ਜਾ ਕੇ
ਉਸ ਨੂੰ ਉਸ ਸਮੇਂ ਤੱਕ ਕੈਦਖਾਨੇ ਵਿੱਚ ਸੁੱਟ ਦਿੱਤਾ ਜਦ ਤੱਕ ਕਿ ਉਹ ਆਪਣਾ ਕਰਜ਼ ਚੁਕਤਾ ਨਾ ਕਰ ਦੇਵੇ। ਜਦੋਂ ਉਸ ਦੇ ਸਾਥੀ ਨੌਕਰਾਂ ਨੇ ਇਹ ਸਭ ਕੁਝ ਵੇਖਿਆ ਜੋ ਵਾਪਰਿਆ ਸੀ, ਉਹ ਬੜੇ ਕਲਪੇ ਅਤੇ ਉਹਨਾਂ ਨੇ ਜਾ ਕੇ ਆਪਣੇ ਮਾਲਕ ਨੂੰ ਉਹ ਸਾਰੀ ਵਾਰਦਾਤ ਦੱਸ ਦਿੱਤੀ। ਤਦ ਉਸ ਦੇ ਮਾਲਕ ਨੇ ਉਸ ਨੌਕਰ ਨੂੰ ਸੱਦ ਕੇ ਕਿਹਾ, ਦੁਸ਼ਟ ਨੌਕਰ, ਮੈਂ ਤੇਰਾ ਸਾਰਾ ਕਰਜ਼ਾ ਮਾਫ ਕਰ ਦਿੱਤਾ ਕਿਉਂਕਿ ਤੂੰ ਮੇਰੇ ਅੱਗੇ ਮਿਹਨਤ ਕੀਤੀ ਸੀ। ਜਿਸ ਤਰ੍ਹਾਂ ਮੈਂ ਤੇਰੇ ਤੇ ਦਇਆ ਕੀਤੀ ਸੀ ਕਿ ਉਸੇ ਤਰ੍ਹਾਂ ਤੈਨੂੰ ਵੀ ਆਪਣੇ ਸਾਥੀ ਨੌਕਰ ਤੇ ਦਇਆ ਨਹੀਂ ਸੀ ਕਰਨੀ ਚਾਹੀਦੀ। ਉਸ ਦੇ ਮਾਲਕ ਨੇ ਗੁੱਸੇ ਵਿੱਚ ਜਾ ਕੇ ਉਸ ਨੂੰ ਜੇਲਰ ਦੇ ਹਵਾਲੇ ਕਰ ਦਿੱਤਾ ਜਦ ਤੱਕ ਉਹ ਆਪਣਾ ਸਾਰਾ ਕਰਜ਼ ਚੁਕਤਾ ਨਾ ਕਰ ਦੇਵੇ। ਮੇਰਾ ਅਸਮਾਨੀ ਬਾਪ ਵੀ ਤੁਹਾਡੇ ਵਿੱਚੋਂ ਹਰ ਇੱਕ ਨਾਲ ਇਸੇ ਤਰ੍ਹਾਂ ਕਰੇਗਾ ਜੇਕਰ ਤੁਸੀਂ ਆਪਣੇ ਭਰਾ ਨੂੰ ਆਪਣੇ ਦਿਲੋਂ ਮਾਫ ਨਾ ਕਰੇ। ਜਦੋਂ ਯਿਸੂ ਇਹ ਗੱਲਾਂ ਦੱਸ ਚੁੱਕਿਆ ਤਾਂ ਉਹ ਗਲੀਲ ਤੋਂ ਰਵਾਨਾ ਹੋਇਆ ਅਤੇ ਯਰਦਨੋਂ ਪਾਰ ਯਹੂਦੀਆਂ ਦੇ ਇਲਾਕੇ ਵਿੱਚ ਜਾ ਪਹੁੰਚਿਆ ਅਤੇ ਇੱਕ ਵੱਡੀ ਭੀੜ ਉਸ ਦੇ ਪਿੱਛੇ ਲੱਗ ਗਈ ਅਤੇ ਉਸਨੇ ਉੱਥੇ ਉਹਨਾਂ ਨੂੰ ਚੰਗਾ ਕੀਤਾ। ਪ੍ਰਭੂ ਦੀ ਪਵਿੱਤਰ ਅੰਜੀਲ। ਤੇਰੀ ਮਹਿਮਾ ਹੋਵੇ ਐ ਮਸੀਹਾ। ਪ੍ਰਭੂ ਯਿਸੂ ਮਸੀਹ ਦੇ ਵਿੱਚ ਮੇਰੇ ਪਿਆਰੇ ਭਰਾਓ ਤੇ ਭੈਣੋ ਤੇ ਬੱਚਿਓ, ਸਾਰਿਆਂ ਨੂੰ ਯਿਸੂ ਮਸੀਹ ਦੀ ਅੱਜ ਅਸੀਂ ਸਾਰੇ ਬੜੀ ਖੁਸ਼ੀ ਦੇ ਨਾਲ ਪਾਗਮਾਸ ਦੀ ਕੁਰਬਾਨੀ ਦੇ ਵਿੱਚ ਹਿੱਸਾ ਲੈਂਦੇ ਹਾਂ। ਹਰ ਇੱਕ ਕੈਥੋਲਿਕ ਦੇ ਵਿਸ਼ਵਾਸ ਦੀ ਬੁਨਿਆਦ ਇਸ ਪਾਕੀ ਕ੍ਰਿਸਤ ਹੈ। ਹਰ ਦਿਨ ਅਸੀਂ ਬੜੇ ਸ਼ਰਧਾ ਦੇ ਨਾਲ ਭਗਤੀ ਦੇ ਨਾਲ ਪਾਗਮਾਸ ਦੀ ਕੁਰਬਾਨੀ ਦੇ ਵਿੱਚ ਸ਼ਾਮਲ ਹੁੰਦੇ ਹਾਂ ਕਿਉਂਕਿ ਸਾਡੇ ਇੱਕ ਵਿਸ਼ਵਾਸ ਹੈ ਪ੍ਰਭੂ ਯਿਸੂ ਮਸੀਹ ਜਿਸ ਤਰ੍ਹਾਂ ਸੰਤ ਯੋਹਨਾ ਦੀ ਅੰਜੀਲ ਦੇ 6 ਬਾਬ ਦੇ ਵਿੱਚ ਦੱਸਦਾ ਹੈ, ਮੈਂ ਜੀਵਨ ਦੀ ਰੋਟੀ ਹਾਂ, ਜੋ ਮੇਰਾ ਬਦਨ ਖਾਂਦਾ ਹੈ ਅਤੇ ਮੇਰਾ ਲਹੂ ਪੀਂਦਾ ਹੈ, ਮੈਂ ਉਹਦੇ ਵਿੱਚ ਵਸਦਾ ਅਤੇ ਉਹ ਮੇਰੇ ਵਿੱਚ ਵਸਦਾ ਹੈ। ਹਾਂ ਪਿਆਰਿਓ, ਅਸੀਂ ਉਹੀ ਵਿਸ਼ਵਾਸ ਦੇ ਨਾਲ ਉਹੀ ਸ਼ਰਧਾ ਦੇ ਨਾਲ ਪਾਗਮਾਸ ਦੀ ਕੁਰਬਾਨੀ ਦੇ ਵਿੱਚ ਸ਼ਾਮਲ ਹੁੰਦੇ ਹਾਂ। ਅੱਜ ਦਾ ਦਿਨ ਅਸੀਂ ਵੀ ਇਹ ਪਾਗਮਾਸ ਦੀ ਕੁਰਬਾਨੀ ਦੇ ਦੌਰਾਨ ਇਹੀ ਵਿਸ਼ਵਾਸ ਦੇ ਨਾਲ, ਇਹੀ ਭਗਤੀ ਦੇ ਨਾਲ ਅਤੇ ਇਹੀ ਉਮੀਦ ਦੇ ਨਾਲ ਹਿੱਸਾ ਲੈਂਦੇ ਹਾਂ ਕਿਉਂਕਿ ਮੇਰਾ ਪ੍ਰਭੂ ਯਿਸੂ ਮਸੀਹ ਮੇਰਾ ਮੁਕਤੀਦਾਤਾ ਹੈ ਅਤੇ ਉਹਨਾਂ ਦਾ ਪਵਿੱਤਰ ਬਦਨ ਅਤੇ ਲਹੂ ਮੈਂ ਗ੍ਰਹਿਣ ਕਰਨ ਦੇ ਰਾਹੀਂ ਮੈਨੂੰ ਨਵਾਂ ਜੀਵਨ ਮਿਲਦਾ ਹੈ। ਸਾਡੇ ਇਸ ਵਿਸ਼ਵਾਸ ਨੂੰ ਅਸੀਂ ਹਰ ਰੋਜ਼ ਮਜ਼ਬੂਤ ਕਰਦੇ ਹਾਂ। ਪਾਗਮਾਸ ਦੀ ਕੁਰਬਾਨੀ ਦੇ ਵਿੱਚ ਸ਼ਾਮਲ ਹੋਣ ਦੇ ਰਾਹੀਂ ਅਸੀਂ ਸਾਡੇ ਵਿਸ਼ਵਾਸ ਨੂੰ ਮਜ਼ਬੂਤ ਕਰ ਦਿੰਦੇ ਹਾਂ। ਕਈ ਵਾਰੀ ਸਾਡੇ ਮਨ ਦੇ ਵਿੱਚ ਇਹ ਸਵਾਲ ਉੱਠਦਾ ਹੈ ਕਿ ਮੈਂ ਪਾਗਮਾਸ ਦੀ ਕੁਰਬਾਨੀ ਦੇ ਵਿੱਚ ਸ਼ਾਮਲ ਹੋਣ ਦੇ ਰਾਹੀਂ ਮੈਨੂੰ ਕੀ ਮਿਲਦਾ ਹੈ ਅਤੇ ਪ੍ਰਭੂ ਯਿਸੂ ਮਸੀਹ ਇਸ ਪਾਗਮਾਸ ਦੀ ਕੁਰਬਾਨੀ ਦੇ ਵਿੱਚ ਉਹਨਾਂ ਦੇ ਪਵਿੱਤਰ ਬਦਨ ਅਤੇ ਲਹੂ ਇਸ ਪਾਕ ਰੋਟੀ ਅਤੇ ਦਾਕਰਸ ਦੇ ਰੂਪ ਦੇ ਵਿੱਚ ਦੇਣ ਦੇ ਰਾਹੀਂ ਮੇਰੀ ਜ਼ਿੰਦਗੀ ਦੇ ਵਿੱਚ ਕਿਸ ਤਰ੍ਹਾਂ ਦੇ ਬਦਲਾਅ ਆਉਂਦਾ ਹੈ। ਇਸ ਸਵਾਲ ਦਾ ਇੱਕ ਜਵਾਬ ਹੈ ਕਿ ਪ੍ਰਭੂ ਯਿਸੂ ਮਸੀਹ ਉਹ ਗੁਨਾਹਾਂ ਨੂੰ ਮਾਫ ਕਰਕੇ ਉਹਨਾਂ ਦਾ ਪਵਿੱਤਰ ਬਦਨ ਅਤੇ ਲਹੂ ਜਦੋਂ ਸਾਨੂੰ ਦਿੰਦਾ ਹੈ, ਉਸ ਸਮਾਂ ਸਾਡੀ ਵੀ ਜ਼ਿੰਦਗੀ ਬਦਲ ਜਾਂਦਾ ਹੈ ਅਤੇ ਸਾਡੀ ਜ਼ਿੰਦਗੀ ਬਦਲ ਜਾਣ ਦੇ ਰਾਹੀਂ ਸਾਨੂੰ ਇੱਕ ਨਵਾਂ ਜੀਵਨ ਮਿਲਦਾ ਹੈ। ਹਾਂ ਪਿਆਰਿਓ, ਅੱਜ ਅਸੀਂ ਉਹੀ ਪ੍ਰਭੂ ਯਿਸੂ ਮਸੀਹ ਦੇ ਮਾਫੀ ਦੇ ਬਾਰੇ ਸੋਚੀਏ। ਜੋ ਪ੍ਰਭੂ ਯਿਸੂ ਸਾਡੇ ਗੁਨਾਹ ਦੇ ਮਾਫ ਕਰਦਾ ਹੈ, ਉਸ ਮਾਫੀ ਬਹੁਤ ਹੀ ਅਨੰਤ ਹੈ। ਜਿਸ ਤਰ੍ਹਾਂ ਪ੍ਰਭੂ ਯਿਸੂ ਦਾ ਪਿਆਰ, ਅਸੀਂ ਕਹਿੰਦੇ ਹਾਂ ਕਿ ਸਾਡੇ ਪ੍ਰਭੂ ਯਿਸੂ ਮਸੀਹ ਮੇਰੇ ਅਤੇ ਤੁਹਾਡੇ ਸਾਰੇ ਦੇ ਗੁਨਾਹਾਂ ਨੂੰ ਮਾਫ ਕਰਕੇ ਉਹਨਾਂ ਦਾ ਜੀਵਨ ਸਮਰਪਿਤ ਕਰਨ ਦੇ ਰਾਹੀਂ, ਕੁਰਬਾਨ ਕਰਨ ਦੇ ਰਾਹੀਂ ਸਾਨੂੰ ਇੱਕ ਨਵਾਂ ਜੀਵਨ ਮਿਲਿਆ ਹੈ। ਇਹ ਸੱਚਾਈ ਹੈ। ਪ੍ਰਭੂ ਯਿਸੂ ਮਸੀਹ ਸਾਡੇ ਗੁਨਾਹਾਂ ਨੂੰ ਮਾਫ ਕੀਤਾ, ਉਹਨਾਂ ਦੇ ਪਵਿੱਤਰ ਬਦਨ ਅਤੇ ਲਹੂ ਦੇਣ ਦੇ ਰਾਹੀਂ ਸਾਡੇ ਗੁਨਾਹਾਂ ਨੂੰ ਪ੍ਰਭੂ ਯਿਸੂ ਮਸੀਹ ਨੇ ਮਾਫ ਕੀਤਾ ਹੈ। ਇਹ ਇੱਕ ਸੱਚਾਈ ਹੈ। ਪਵਿੱਤਰ ਵਚਨ ਦੇ ਵਿੱਚ ਅਸੀਂ ਵੇਖਦੇ ਹਾਂ, ਸੰਤ ਲੂਕਾ ਦੀ ਅੰਜੀਲ ਦੇ ਵਿੱਚ ਉਸ ਦਾ 23 ਬਾਬ ਦੇ 34 ਆਇਤ ਦੇ ਵਿੱਚ, ਜਿੱਥੇ ਪ੍ਰਭੂ ਯਿਸੂ ਮਸੀਹ ਮਾਫ ਕਰਨ ਦੇ ਬਾਰੇ ਸਾਨੂੰ ਸਿਖਾਉਂਦਾ ਹੈ, ਜਿੱਥੇ ਪ੍ਰਭੂ ਯਿਸੂ ਮਸੀਹ ਇੱਕ ਦੂਸਰੇ ਦੇ ਗੁਨਾਹਾਂ ਨੂੰ, ਇੱਕ ਦੂਸਰੇ ਦੇ ਗਲਤੀਆਂ ਨੂੰ ਮਾਫ ਕਰਨ ਦੇ ਬਾਰੇ ਸਿੱਖਿਆ ਦਿੰਦਾ ਹੈ। ਪ੍ਰਭੂ ਯਿਸੂ ਸਾਨੂੰ ਪਿਆਰਿਓ ਕਹਿੰਦਾ ਹੈ ਕਿ
ਇਹ ਨਹੀਂ ਜਾਣਦੇ ਕਿ ਉਹ ਕੀ ਕਰਦੇ ਹਨ, ਉਹਨਾਂ ਨੂੰ ਮਾਫ ਕਰੋ। ਆਪਣੇ ਪਿਤਾ ਕੋਲੋਂ ਇਹ ਮਾਫੀ ਮੰਗਦਾ ਹੈ ਸਾਡੀ ਦੁਨੀਆ ਦੇ ਹਰ ਇੱਕ ਦੇ ਲਈ, ਸੰਸਾਰ ਦੇ ਹਰ ਇੱਕ ਵਿਸ਼ਵਾਸ ਦੇ ਲਈ। ਪ੍ਰਭੂ ਯਿਸੂ ਮਸੀਹ ਸਲੀਬ ਤੋਂ ਵੀ ਯਹੀ ਮਾਫੀ ਮੰਗਦਾ ਹੈ, ਕਿਉਂਕਿ ਪ੍ਰਭੂ ਯਿਸੂ ਮਸੀਹ ਖੁਦ ਜਾਣਦਾ ਸੀ ਕਿ ਉਹਨਾਂ ਦੇ ਨਾਲ ਕੀ ਹੋਇਆ। ਪ੍ਰਭੂ ਯਿਸੂ ਮਸੀਹ ਜਾਣਦਾ ਸੀ ਕਿ ਪ੍ਰਭੂ ਯਿਸੂ ਮਸੀਹ ਦੇ ਨਾਲ ਕੀ ਬਾਅਦ ਵਿੱਚ ਹੋਣਾ ਵੀ ਹੈ। ਆਖਿਰ ਵਿੱਚ ਜਦੋਂ ਪ੍ਰਭੂ ਯਿਸੂ ਮਸੀਹ ਨੂੰ ਸਲੀਬ ਦੇ ਵਿੱਚ ਚੜਾਇਆ ਗਿਆ, ਉਸ ਸਮੇਂ ਤੱਕ ਪ੍ਰਭੂ ਯਿਸੂ ਲੋਕਾਂ ਦੇ ਲਈ ਮਾਫੀ ਮੰਗਦਾ ਹੈ। ਤੇ ਅੱਜ ਪ੍ਰਭੂ ਯਿਸੂ ਮਸੀਹ ਸਾਨੂੰ ਕਹਿੰਦੇ ਤੁਸੀਂ ਇੱਕ ਦੂਸਰੇ ਦੇ ਗਲਤੀਆਂ ਨੂੰ, ਗੁਨਾਹਾਂ ਨੂੰ ਮਾਫ ਕਰੋ, ਤਾਂ ਜੋ ਤੁਸੀਂ ਵੀ ਮੇਰਾ ਜੋ ਮਾਫੀ ਹੈ ਉਸ ਮਾਫੀ ਦਾ ਯੋਗ ਬਣ ਜਾਈਏ। ਅਸੀਂ ਹਰ ਰੋਜ਼ ਇਹ ਸਾਡੇ ਬਾਪ ਦੀ ਪ੍ਰਾਰਥਨਾ ਪੜ੍ਹਦੇ ਹਾਂ। ਅਸੀਂ ਹਮੇਸ਼ਾ ਜਦੋਂ ਕੋਈ ਵੀ ਕੰਮ ਸ਼ੁਰੂ ਕਰਨ ਦੇ ਸਮਾਂ ਹੋਵੇ, ਕੋਈ ਸਫ਼ਰ ਸ਼ੁਰੂ ਕਰਦੇ ਹਾਂ ਜਾਂ ਕਿਤੇ ਵੀ ਅਸੀਂ ਜਾਂਦੇ ਹਾਂ ਜਾਂ ਕੋਈ ਕੰਮ ਕਰਦੇ ਹਾਂ, ਉਸ ਸਮਾਂ ਅਸੀਂ ਇਹ ਸਾਡੇ ਬਾਪ ਦੀ ਪ੍ਰਾਰਥਨਾ ਕਰਦੇ ਹਾਂ। ਇਹ ਸਾਡੇ ਬਾਪ ਦੀ ਪ੍ਰਾਰਥਨਾ ਦੇ ਵਿੱਚ ਅਸੀਂ ਇਹੀ ਦੁਆ ਕਰਦੇ ਹਾਂ, ਅਸੀਂ ਉਹਨਾਂ ਸਾਰੇ ਗੁਨਾਹਾਂ ਨੂੰ ਅਸੀਂ ਮਾਫ ਕਰਨ ਲਈ ਤਿਆਰ ਹਾਂ। ਸਾਡੇ ਵੀ ਗੁਨਾਹ ਨੂੰ ਤੁਸੀਂ ਮਾਫ ਕਰੋ। ਇਹ ਖੁਦਾ ਸਾਡੇ ਗੁਨਾਹ ਨੂੰ ਮਾਫ ਕਰੋ, ਕਿਉਂਕਿ ਮੈਂ ਗੁਨਾਹਗਾਰ ਹਾਂ, ਮੈਂ ਗਲਤੀਆਂ ਕੀਤੀਆਂ, ਮੇਰੇ ਗੁਨਾਹ ਨੂੰ ਮਾਫ ਕਰੋ। ਤੇ ਇਸ ਮਾਫੀ ਦੇ ਰਾਹੀਂ ਸਾਨੂੰ ਇੱਕ ਨਵਾਂ ਜੀਵਨ ਮਿਲਦਾ ਹੈ, ਅਤੇ ਮਾਫੀ ਹਮੇਸ਼ਾ ਸਾਨੂੰ ਇੱਕ ਨਵਾਂ ਜੀਵਨ ਦਿੰਦਾ ਹੈ। ਜਦੋਂ ਇੱਕ ਦੂਸਰੇ ਨੂੰ ਤੁਸੀਂ ਮਾਫ ਕਰੋਗੇ, ਉਸ ਮਾਫੀ ਖਾਸ ਕਰਕੇ ਇੱਕ ਨਵਾਂ ਰਿਸ਼ਤਾ ਬਣਾਉਣ ਲਈ ਸਾਨੂੰ ਯੋਗ ਬਣਾਉਂਦਾ ਹੈ। ਸਾਡੇ ਕੈਥੋਲਿਕ ਚਰਚ ਦੇ ਵਿੱਚ ਅਸੀਂ ਵੇਖਦੇ ਹਾਂ ਪਿਆਰਿਓ, ਵੱਖ-ਵੱਖ ਸੰਤਾਂ ਸੰਤਨੀਆਂ ਅਤੇ ਉਹਨਾਂ ਦੇ ਪਰਿਵਾਰ ਦੇ ਲੋਕ ਵੀ ਇੱਕ ਦੂਸਰੇ ਦੀ ਗਲਤੀਆਂ ਨੂੰ ਮਾਫ ਕੀਤੇ ਹੈ। ਹਾਂ, ਪ੍ਰਭੂ ਯਿਸੂ ਮਸੀਹ ਦੀ ਮਾਫੀ ਸਾਡੇ ਲਈ ਸਭ ਤੋਂ ਵੱਡਾ ਚਿੰਨ੍ਹ ਹੈ, ਲੇਕਿਨ ਪ੍ਰਭੂ ਯਿਸੂ ਮਸੀਹ ਤੋਂ ਬਾਅਦ ਬਹੁਤ ਸਾਰੇ ਲੋਕ ਇੱਕ ਦੂਸਰੇ ਦੀ ਗਲਤੀਆਂ ਨੂੰ ਮਾਫ ਕੀਤੇ, ਸੰਤਾਂ ਸੰਤਨੀਆਂ। ਸਾਡੇ ਭਾਰਤ ਦੇਸ਼ ਦੇ ਵਿੱਚ ਵੀ ਇੱਕ ਮਹਾਨ ਇੱਕ ਸਿਸਟਰ ਜੀ ਹੁਣ ਸੰਤਨੀ ਦੀ ਪਦਵੀ ਤੇ ਪਹੁੰਚਣ ਵਾਲੀ ਹੈ, ਸਿਸਟਰ ਰਾਣੀ ਮਰੀਆ, ਜਿਨ੍ਹਾਂ ਨੂੰ ਮੱਧ ਪ੍ਰਦੇਸ਼ ਦੇ ਵਿੱਚ ਕਤਲ ਕੀਤਾ ਗਿਆ ਸੀ। ਚਾਕੂ ਦੇ ਨਾਲ ਉਹਨਾਂ ਨੂੰ ਮਾਰਿਆ ਗਿਆ ਸੀ ਅਤੇ ਉਹਨਾਂ ਨੂੰ ਕਤਲ ਕੀਤਾ ਗਿਆ ਸੀ। ਉਹਨਾਂ ਦੇ ਪਰਿਵਾਰ ਦੇ ਲੋਕ ਵੀ ਜੋ ਆਦਮੀ ਜਿਨ੍ਹਾਂ ਨੇ ਇਸ ਮਹਾਨ ਸੰਤਨੀ ਦੇ ਸਿਸਟਰ ਜੀ ਦੇ ਜਾਨ ਲੈ ਲਿਆ ਹੈ, ਉਹਨਾਂ ਨੂੰ ਮਾਫ ਕੀਤੇ। ਤੇ ਆਖਿਰ ਵਿੱਚ ਉਹ ਆਦਮੀ ਜੋ ਕਤਲ ਕੀਤਾ ਹੈ, ਉਹ ਆਦਮੀ ਉਸ ਪਰਿਵਾਰ ਦੇ ਵਿੱਚ ਇੱਕ ਮੈਂਬਰ ਬਣ ਜਾਂਦਾ ਹੈ, ਇੱਕ ਨਵਾਂ ਰਿਸ਼ਤਾ ਬਣ ਗਿਆ। ਉਸੇ ਤਰ੍ਹਾਂ ਗ੍ਰਹਾਮ ਸਟੇਨ ਜੋ ਆਸਟ੍ਰੇਲੀਅਨ ਮਿਸ਼ਨਰੀ ਸੀ, ਉਹ ਭਾਰਤ ਦੇਸ਼ ਦੇ ਵਿੱਚ ਆ ਗਿਆ। ਉਹਨਾਂ ਨੂੰ ਉਹਨਾਂ ਦੇ ਬੱਚਿਆਂ ਦੇ ਸਮੇਤ ਸਾੜਿਆ ਗਿਆ ਸੀ। ਉਸ ਸਮਾਂ ਵੀ ਉਹਨਾਂ ਦੇ ਪਰਿਵਾਰ ਦੇ ਵਿੱਚ ਉਹਨਾਂ ਦੀ ਪਤਨੀ ਵੀ ਉਹਨਾਂ ਨੂੰ ਮਾਫ ਕੀਤਾ ਹੈ, ਜਿਹੜੇ ਲੋਕ ਇਹਨਾਂ ਦੀ ਜਾਨ ਲੈ ਲਏ। ਪਿਆਰੀ, ਬਹੁਤ ਸਾਰੇ ਇਹੋ ਜਿਹੇ ਲੋਕ ਹਨ ਜੋ ਮਾਫੀ ਦੇ ਲਈ ਸਭ ਤੋਂ ਵਧੀਆ ਉਦਾਹਰਣ ਸਾਨੂੰ ਦਿੱਤੇ। ਸੰਤਨੀ ਮਦਰ ਤੇਰੇਸਾ, ਜਿਨ੍ਹਾਂ ਨੂੰ ਇੱਕ ਦਿਨ ਇੱਕ ਆਦਮੀ ਨੇ, ਜਦੋਂ ਮਦਰ ਤੇਰੇਸਾ ਆਪਣੇ ਲੋਕਾਂ ਦੇ ਲਈ ਕੁਝ ਭੀਖ ਮੰਗਣ ਲਈ ਗਈ ਸੀ, ਮਦਰ ਤੇਰੇਸਾ ਦੇ ਉੱਤੇ ਚਪੇੜ ਮਾਰਿਆ ਅਤੇ ਚਪੇੜ ਮਾਰਨ ਦੇ ਸਮਾਂ ਮਦਰ ਤੇਰੇਸਾ ਨੇ ਇਹੀ ਕਿਹਾ, ਜੋ ਮੈਨੂੰ ਮਿਲਣਾ ਸੀ ਮੈਨੂੰ ਮਿਲ ਗਿਆ, ਹੁਣ ਮੇਰੇ ਬੱਚਿਆਂ ਦੇ ਲਈ ਤੁਸੀਂ ਕੁਝ ਤੋਂ ਦੇ ਦਿਓ। ਦੇਖਿਓ, ਜਦੋਂ ਸਰੀਰਕ ਤੌਰ ਤੇ ਉਹਨਾਂ ਨੂੰ ਦੁੱਖ ਮਿਲਿਆ ਸੀ, ਦੁੱਖ ਸਹਿਣਾ ਪਿਆ, ਫਿਰ ਵੀ ਮਦਰ ਤੇਰੇਸਾ ਉਹਨਾਂ ਦੇ ਗਲਤੀਆਂ ਨੂੰ ਮਾਫ ਕੀਤਾ ਅਤੇ ਮਾਫੀ ਦਾ ਸਭ ਤੋਂ ਵਧੀਆ ਇੱਕ ਉਦਾਹਰਣ ਸਾਨੂੰ ਦਿੱਤੇ, ਪੇਸ਼ ਕੀਤੇ। ਹਾਂ ਪਿਆਰਿਓ, ਅੱਜ ਅਸੀਂ ਵੀ ਆਪਣੀ ਜ਼ਿੰਦਗੀ ਦੇ ਵਿੱਚ ਆਪਣੀ ਜ਼ਿੰਦਗੀ ਦੇ ਬਾਰੇ ਵੀ ਸੋਚੀਏ ਕਿ ਮੈਂ ਕਿਸ ਤਰ੍ਹਾਂ ਇੱਕ ਦੂਸਰੇ ਨੂੰ ਮਾਫ ਕਰ ਸਕਾਂਗਾ, ਮੈਂ ਕਿਸ ਤਰ੍ਹਾਂ ਜੋ ਵੀ ਮੇਰੇ ਨਾਲ ਕੁਝ ਵੀ ਗਲਤੀਆਂ ਕਰਨਗੇ ਉਹਨਾਂ ਨੂੰ ਮਾਫ ਕਰਾਂਗਾ। ਉਸ ਦੇ ਲਈ ਸਭ ਤੋਂ ਪਹਿਲਾਂ ਮੈਨੂੰ ਮਾਫੀ ਮਿਲਣੀ ਚਾਹੀਦੀ ਹੈ। ਅੱਜ ਦਾ ਪਵਿੱਤਰ ਅੰਜੀਲ ਦੇ ਵਿੱਚ ਅਸੀਂ ਵੇਖਿਆ, ਸੰਤ ਮੱਤੀ ਦੇ ਅੰਜੀਲ ਦੇ ਉਸ ਦਾ 18 ਬਾਬ ਦੇ 21 ਆਇਤ ਤੋਂ ਅਸੀਂ ਸੁਣਿਆ, ਜਿੱਥੇ ਇੱਕ ਮਾਲਕ ਆਪਣੇ ਕਰਜ਼ੇਦਾਰ ਨੂੰ, ਜੋ ਉਹਨਾਂ ਨੂੰ ਪੈਸਾ ਚੁੱਕਣਾ ਸੀ, ਉਹ ਆਦਮੀ ਨੂੰ ਉਹਨਾਂ ਨੂੰ ਬੁਲਾ ਕੇ ਜੋ ਵੀ ਕਰਜ਼ਾ ਸੀ ਉਹ ਵਾਪਸ ਦੇਣ ਲਈ ਬੁਲਾਉਂਦਾ ਹੈ। ਅਤੇ ਜਦੋਂ ਉਹ ਆਦਮੀ ਜੋ ਕਰਜ਼ਦਾਰ ਸੀ ਉਹ ਆਪਣੇ ਮਾਲਕ ਕੋਲ ਪਹੁੰਚਿਆ, ਉਹ ਤਰਲਾ ਮਾਰ ਕੇ ਉਹਨਾਂ ਕੋਲੋਂ ਮਾਫੀ ਮੰਗਦੇ ਵਕਤ ਮੰਗਿਆ ਅਤੇ ਉਹਨਾਂ ਦੇ ਪਰਿਵਾਰ ਦੇ ਹਾਲਤ ਨੂੰ ਵੇਖ ਕੇ ਉਹ ਮਾਲਕ ਉਸ ਆਦਮੀ ਨੂੰ ਮਾਫ ਕਰ ਦਿੰਦਾ ਹੈ। ਲੇਕਿਨ ਉਹੀ ਆਦਮੀ ਜਿਨ੍ਹਾਂ ਦਾ ਕਰਜ਼ਾ ਮਾਫ ਕੀਤਾ ਗਿਆ ਸੀ, ਉਹੀ ਆਦਮੀ ਫਿਰ ਜਦੋਂ ਉਹਨਾਂ ਤੋਂ ਕੁਝ ਸਮਾਨ ਲਿਆ ਸੀ, ਜੋ ਵੀ ਉਹਨਾਂ ਦੇ ਨਾਲ ਜੋ ਕਰਜ਼ਦਾਰ ਸੀ ਉਹਨਾਂ ਨੂੰ ਮਿਲਿਆ ਅਤੇ ਉਹਨਾਂ ਨੂੰ ਮਿਲਣ ਦਾ ਸਮਾਂ ਉਹ ਆਦਮੀ ਨੂੰ ਉਹ ਮਾਫ ਨਹੀਂ ਕਰ ਸਕਿਆ। ਤੇ ਪਿਆਰਿਓ, ਅਸੀਂ ਵੇਖਦੇ ਹਾਂ ਇਹ ਆਦਮੀ ਉਹਨਾਂ ਨੂੰ ਕੈਦਖਾਨੇ ਦੇ ਵਿੱਚ ਬੰਨ੍ਹ ਲੈਂਦਾ ਹੈ ਅਤੇ ਆਖਿਰ ਵਿੱਚ
ਜਦੋਂ ਮਾਲਕ ਦੇ ਬਾਕੀ ਸੇਵਾਦਾਰਾਂ ਨੂੰ ਇਹ ਪਤਾ ਲੱਗਦਾ ਹੈ, ਉਹ ਮਾਲਕ ਨੂੰ ਜਾ ਕੇ ਦੱਸਦਾ ਹੈ ਜੋ ਵੀ ਵਾਪਰਿਆ ਹੈ। ਹੁਣ ਮਾਫੀ ਦੋ ਤਰ੍ਹਾਂ ਦੇ ਹੁੰਦੇ ਆ। ਦੋ ਤਰ੍ਹਾਂ ਦੇ ਮਤਲਬ, ਸਭ ਤੋਂ ਪਹਿਲਾਂ ਮੇਰੇ ਗੁਨਾਹਾਂ ਨੂੰ, ਮੇਰੇ ਤੋਂ ਉੱਤੇ ਜੋ ਸ਼ਕਤੀ ਹੈ, ਮੇਰਾ ਪਰਮੇਸ਼ਵਰ ਹੈ, ਮੇਰੇ ਯਿਸੂ ਮਸੀਹ ਹੈ, ਮੇਰੇ ਮੁਕਤੀਦਾਤਾ ਹੈ, ਉਹ ਮੈਨੂੰ ਮਾਫ ਕਰਨਾ। ਉਸੇ ਤਰ੍ਹਾਂ ਜਦੋਂ ਇਲਾਹੀ ਜੋ ਸ਼ਕਤੀ, ਜੋ ਮੇਰੇ ਪ੍ਰਭੂ ਨੇ ਮੈਨੂੰ ਮਾਫ ਕਰਦਾ ਹੈ, ਉਸ ਮਾਫੀ ਜਦੋਂ ਮੈਂ ਲੈਂਦਾ, ਇਹ ਪਹਿਲੇ ਤਰ੍ਹਾਂ ਦਾ ਮਾਫੀ ਹੈ। ਅਤੇ ਉਸ ਤੋਂ ਬਾਅਦ ਮੈਂ ਜੋ ਵੀ ਮੇਰੇ ਨਾਲ ਗੁਨਾਹ ਕੀਤੇ, ਜੋ ਗਲਤੀਆਂ ਮੇਰੇ ਨਾਲ ਕੀਤੀਆਂ, ਉਹਨਾਂ ਨੂੰ ਮੈਂ ਵੀ ਮਾਫ ਕਰ ਸਕਦਾ ਹਾਂ। ਪਿਆਰਿਓ, ਅਸੀਂ ਇੱਕ ਦੂਸਰੇ ਨੂੰ ਮਾਫ ਕਰਨ ਲਈ ਸਿੱਖੀਏ। ਅੱਜ ਕੱਲ੍ਹ ਸਮਾਂ ਇਹੋ ਜਿਹਾ ਹੈ, ਸਾਡੇ ਕੈਥੋਲਿਕ ਚਰਚ ਦੇ ਵਿੱਚ ਵੀ ਅਸੀਂ ਵੇਖਦੇ ਹਾਂ, ਲੋਕ ਇੱਕ ਦੂਸਰੇ ਨੂੰ ਮਾਫ ਕਰਨ ਲਈ ਨਹੀਂ ਕੋਸ਼ਿਸ਼ ਕਰਦੇ। ਅਸੀਂ ਸਿਰਫ ਕੈਥੋਲਿਕ ਚਰਚ ਦੇ ਵਿੱਚ ਨਹੀਂ, ਇਸ ਦੁਨੀਆ ਦੇ ਵਿੱਚ ਵੀ ਵੇਖਦੇ ਹਾਂ, ਇੱਕ ਦੂਸਰੇ ਨੂੰ ਮਾਫ ਕਰਨ ਲਈ ਸੋਚਦੇ ਨਹੀਂ। ਉਹਨਾਂ ਦੇ ਮਨ ਦੇ ਵਿੱਚ ਇਹ ਸੋਚ ਨਹੀਂ ਬੈਠਦੇ ਅਤੇ ਆਖਿਰ ਵਿੱਚ ਉਹ ਲੜਾਈ ਝਗੜੇ ਦੇ ਵਿੱਚ ਫਸ ਜਾਂਦੇ ਨੇ। ਅਤੇ ਜਿੱਥੇ ਮਾਫੀ ਨਹੀਂ ਹੈ, ਉੱਥੇ ਖੁਦਾ ਨਹੀਂ ਹੈ। ਜਿੱਥੇ ਮਾਫੀ ਨਹੀਂ ਹੈ, ਉੱਥੇ ਨਵਾਂ ਜੀਵਨ ਨਹੀਂ ਹੈ। ਜਿੱਥੇ ਮਾਫੀ ਨਹੀਂ ਹੈ, ਉੱਥੇ ਸਾਨੂੰ ਕਦੀ ਵੀ ਖੁਦਾ ਦੇ ਰਸਤੇ ਤੇ ਨਹੀਂ ਚੱਲ ਸਕਦੇ। ਇਸ ਲਈ ਪਿਆਰਿਓ, ਆਈ ਅਸੀਂ ਵੀ ਆਪਣੀ ਜ਼ਿੰਦਗੀ ਨੂੰ ਬਦਲਣ ਦੀ ਕੋਸ਼ਿਸ਼ ਕਰੀਏ। ਅਸੀਂ ਇਸ ਮਾਫੀ ਨੂੰ ਪ੍ਰਭੂ ਯਿਸੂ ਮਸੀਹ ਤੋਂ ਮਾਫੀ ਲੈ ਕੇ ਆਪਣੇ ਵੀ ਜੋ ਦੋਸਤਾਂ ਹਨ, ਜੋ ਸਾਡੇ ਦੁਸ਼ਮਣ, ਅਸੀਂ ਆਖਦੇ ਹਾਂ ਸਾਡੇ ਦੁਸ਼ਮਣ ਜੋ ਵੀ ਸਾਡੇ ਨਾਲ ਕੁਝ ਗਲਤੀਆਂ ਕੀਤੀਆਂ, ਉਹਨਾਂ ਨੂੰ ਮਾਫ ਕਰਨ ਲਈ ਅਸੀਂ ਕੋਸ਼ਿਸ਼ ਕਰੀਏ। ਆਪਣੇ ਵੈਰੀਆਂ ਨੂੰ ਮਾਫ ਕਰਨ ਲਈ ਕੋਸ਼ਿਸ਼ ਕਰੀਏ। ਅਤੇ ਜਦੋਂ ਅਸੀਂ ਆਪਣੇ ਦੁਸ਼ਮਣਾਂ ਨੂੰ ਵੀ ਮਾਫ ਕਰਾਂਗੇ, ਪ੍ਰਭੂ ਯਿਸੂ ਮਸੀਹ ਨੇ ਦੱਸੇ ਹੋਏ ਉਸ ਵਚਨ ਪੂਰਾ ਹੋ ਜਾਂਦਾ ਹੈ, ਦੁਸ਼ਮਣ ਦੇ ਲਈ ਵੀ ਪ੍ਰਾਰਥਨਾ ਕਰੋ। ਤੁਹਾਡੇ ਦੁਸ਼ਮਣਾਂ ਦੇ ਲਈ ਤੁਸੀਂ ਪ੍ਰਾਰਥਨਾ ਕਰੋਗੇ, ਤੁਸੀਂ ਵੀ ਤੁਹਾਡੇ ਪਰਿਵਾਰ ਦੇ ਵਿੱਚ ਜੇਕਰ ਆਪਸ ਵਿੱਚ ਕੋਈ ਵੀ ਲੜਾਈ ਝਗੜਾ ਹੁੰਦਾ ਹੈ, ਉੱਥੇ ਵੀ ਜਦੋਂ ਤੁਸੀਂ ਇੱਕ ਦੂਸਰੇ ਨੂੰ ਮਾਫ ਕਰੋਗੇ, ਉੱਥੇ ਖੁਦਾ ਵਸਦਾ ਹੈ, ਉੱਥੇ ਖੁਦਾ ਤੁਹਾਨੂੰ ਨਵਾਂ ਜੀਵਨ ਦਿੰਦਾ ਹੈ। ਸੋ ਆਈਏ ਅਸੀਂ ਆਪਣੀ ਜ਼ਿੰਦਗੀ ਨੂੰ ਬਦਲੀਏ ਤੇ ਮਾਫੀ ਦਾ ਵਰਦਾਨ ਲੈ ਕੇ ਇੱਕ ਨਵਾਂ ਜੀਵਨ ਹਾਸਲ ਕਰਨ ਲਈ ਕੋਸ਼ਿਸ਼ ਕਰਾਂਗੇ। ਅੱਜ ਦੀ ਇਸ ਪਵਿੱਤਰ ਕੁਰਬਾਨੀ ਦੇ ਜ਼ਰੀਏ ਇਸ ਵਰਦਾਨ ਦੇ ਲਈ ਅਸੀਂ ਦੁਆ ਕਰੀਏ, ਤਾਂ ਜੋ ਪ੍ਰਭੂ ਯਿਸੂ ਜਿਸ ਤਰ੍ਹਾਂ ਸਾਨੂੰ ਮਾਫ ਕਰਦਾ, ਮੈਨੂੰ ਮਾਫ ਕਰਦਾ ਹੈ, ਤੁਹਾਨੂੰ ਮਾਫ ਕਰਦਾ, ਤੁਹਾਡੀ ਗਲਤੀਆਂ ਨੂੰ ਮਾਫ ਕਰਦਾ ਹੈ, ਉਸੇ ਤਰ੍ਹਾਂ ਤੁਸੀਂ ਵੀ ਤੁਹਾਡੇ ਦੋਸਤਾਂ ਨੂੰ, ਤੁਹਾਡੇ ਵੈਰੀਆਂ ਨੂੰ, ਤੁਹਾਡੇ ਮਿੱਤਰਾਂ ਨੂੰ ਮਾਫ ਕਰਨ ਲਈ ਕੋਸ਼ਿਸ਼ ਕਰ, ਤਾਂ ਜੋ ਇੱਕ ਨਵਾਂ ਰਿਸ਼ਤਾ ਪ੍ਰਭੂ ਦੇ ਨਾਲ ਅਤੇ ਆਪਣੇ ਦੁਨੀਆ ਦੇ ਨਾਲ ਵੀ, ਆਪਣੇ ਦੋਸਤਾਂ ਦੇ ਨਾਲ, ਆਪਣੇ ਵੈਰੀਆਂ ਦੇ ਨਾਲ ਵੀ ਅਸੀਂ ਜੋੜ ਸਕੇ, ਬਣਾ ਸਕੇ। ਇਸ ਮਕਸਦ ਲਈ ਪਿਆਰਿਓ, ਆਈਏ ਅਸੀਂ ਸਾਰੇ ਮਿਲ ਕੇ ਪ੍ਰਾਰਥਨਾ ਕਰੀਏ। ਖੁਦਾ ਤੁਹਾਨੂੰ ਸਾਰਿਆਂ ਨੂੰ ਅਣਗਿਣਤ ਆਸ਼ੀਸ਼ਾਂ ਪ੍ਰਦਾਨ ਕਰੇ। जीवन तेरे दिए, अपना तो कुछ भी नहीं। सांसें ये धड़कन तेरे लिए तूने दिया है मसीह। कृतज्ञता से चढ़ाते हम ये सुंदर जीवन मसीह। कृतज्ञता से चढ़ाते हम ये सुंदर जीवन मसीह। स्वीकार लो, स्वीकार लो,
दुनिया के ये पल ये वेग थाने अर्पित करते तुझे। सुखी और दुख से ये जीवन भरा समर्पित मेरा मसीह। सुखी और दुख से ये जीवन भरा समर्पित मेरा मसीह। स्वीकार लो स्वीकार लो स्वीकार लो हमारी भेंट परम पिता। ਪਿਆਰੇ ਭਰਾਓ ਤੇ ਭੈਣੋ, ਪ੍ਰਾਰਥਨਾ ਕਰੋ ਕਿ ਮੇਰੀ ਅਤੇ ਤੁਹਾਡੀ ਇਹ ਕੁਰਬਾਨੀ ਪੂਰੀ ਕੁਦਰਤ ਵਾਲਾ ਖੁਦਾ ਬਾਪ ਨੂੰ ਕਬੂਲ ਹੋਵੇ। ਰੱਬ ਇਸ ਕੁਰਬਾਨੀ ਨੂੰ ਤੁਹਾਡੇ ਹੱਥਾਂ ਦੇ ਵਿੱਚੋਂ ਆਪਣੇ ਨਾਮ ਦੀ ਉਸਤੇ ਤੇ ਵਡਿਆਈ ਦੇ ਲਈ ਨਾਲੇ ਸਾਡੀ ਤੇ ਸਾਰੀ ਪਵਿੱਤਰ ਕਲੀਸਿਆ ਦੇ ਲਾਭ ਲਈ ਪ੍ਰਵਾਨ ਕਰੇ। ਇਹ ਪ੍ਰਭੂ ਇਹਨਾਂ ਨਜ਼ਰਾਨੀਆਂ ਨੂੰ ਖੁਸ਼ੀ ਨਾਲ ਕਬੂਲ ਕਰ, ਜਿਨ੍ਹਾਂ ਨੂੰ ਤੂੰ ਆਪ ਆਪਣੀ ਕਲੀਸਿਆ ਦੇ ਹੱਥਾਂ ਵਿੱਚ ਫੜਿਆ ਹੈ। ਆਪਣੀ ਸ਼ਕਤੀ ਨਾਲ ਇਹਨਾਂ ਨੂੰ ਸਾਡੇ ਲਈ ਨਜਾਤ ਦੇ ਸਾਕਰਮੈਂਟ ਵਿੱਚ ਬਦਲ ਦੇ। ਸਾਡੇ ਪ੍ਰਭੂ ਯਿਸੂ ਮਸੀਹ ਦੇ ਰਾਖੀਮ ਆਮੀਨ। ਪ੍ਰਭੂ ਤੁਹਾਡੇ ਨਾਲ ਹੋਵੇ ਅਤੇ ਤੁਹਾਡੀ ਰੂਹ ਦੇ ਨਾਲ ਵੀ ਹੋਵੇ। ਤੁਸੀਂ ਆਪਣੇ ਦਿਲ ਪ੍ਰਭੂ ਵੱਲ ਲਗਾਵੋ। ਅਸੀਂ ਆਪਣਾ ਦਿਲ ਪ੍ਰਭੂ ਵੱਲ ਲਗਾਉਂਦੇ ਹਾਂ। ਅਸੀਂ ਆਪਣੇ ਪ੍ਰਭੂ ਖੁਦਾ ਦਾ ਧੰਨਵਾਦ ਕਰੀਏ। ਇਹ ਸਹੀ ਅਤੇ ਯੋਗ ਹੈ। ਇਹ ਪ੍ਰਭੂ ਪਵਿੱਤਰ ਬਾਪ, ਪੂਰੀ ਕੁਦਰਤ ਵਾਲੇ ਤੇ ਕਾਲ ਖੁਦਾ, ਇਹ ਸੱਚਮੁੱਚ ਸਹੀ ਅਤੇ ਯੋਗ ਹੈ, ਮੁਕਤੀ ਪਾਉਣ ਦੇ ਰਾਹ ਹੈ ਕਿ ਅਸੀਂ ਹਰ ਵੇਲੇ ਤੇ ਹਰ ਥਾਂ ਯਿਸੂ ਮਸੀਹ ਆਪਣੇ ਪ੍ਰਭੂ ਦੇ ਰਾਹੀਂ ਤੇਰਾ ਧੰਨਵਾਦ ਕਰੀਏ। ਉਹ ਤੇਰਾ ਸ਼ਬਦ ਹੈ, ਉਸ ਦੇ ਰਾਹੀਂ ਤੂੰ ਸਾਰੀਆਂ ਚੀਜ਼ਾਂ ਨੂੰ ਬਣਾਇਆ, ਜਿਸ ਨੂੰ ਤੂੰ ਸਾਡਾ ਮੁਕਤੀਦਾਤਾ ਅਤੇ ਨਜਾਤ ਬਖਸ਼ਣ ਵਾਲੇ ਵਜੋਂ ਭੇਜਿਆ, ਜਿਸ ਨੇ ਰੂਹ ਪਾਕ ਦੇ ਰਾਹੀਂ ਦੇਹ ਧਾਰ ਕੇ ਕੁਆਰੀ ਤੋਂ ਜਨਮ ਲਿਆ। ਤੇਰੀ ਪਾਕ ਮਰਜ਼ੀ ਪੂਰੀ ਕਰਦਿਆਂ ਤੇਰੇ ਲਈ ਇੱਕ ਪਾਕ ਕੌਮ ਨੂੰ ਹਾਸਿਲ ਕਰਕੇ ਉਸਨੇ ਆਪਣੀਆਂ ਬਾਹਾਂ ਪਸਾਰ ਕੇ ਦੁੱਖ ਤਸੀਹੇ ਚੱਲੇ, ਤਾਂ ਜੋ ਉਹ ਮੌਤ ਦਾ ਨਾਸ਼ ਕਰੇ ਅਤੇ ਜੀ ਉੱਠਣ ਨੂੰ ਪ੍ਰਗਟ ਕਰੇ। ਇਸ ਲਈ ਫਰਿਸ਼ਤਿਆਂ ਤੇ ਸਾਰੇ ਸੰਤਾਂ ਨਾਲ ਰਲ ਕੇ ਅਸੀਂ ਤੇਰੇ ਜਲਾਲ ਦਾ ਐਲਾਨ ਕਰਦੇ ਹੋਏ ਇਹੀ ਇੱਕ ਆਵਾਜ਼ ਦੇ ਨਾਲ ਅਸੀਂ ਐਲਾਨ ਕਰਦੇ ਹਾਂ। ਪਾਕ 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 ਲਸ਼ਕਰਾਂ ਦੇ ਪ੍ਰਭੂ ਖੁਦਾ, ਸਵਰਗ ਅਤੇ ਧਰਤੀ ਤੇਰੇ ਜਲਾਲ ਨਾਲ ਭਰਪੂਰ ਹਨ। ਉਚਾਈਆਂ ਵਿੱਚ ਹੋਸਾਨਾ, ਮੁਬਾਰਕ ਹੈ ਉਹ ਜੋ ਪ੍ਰਭੂ ਦੇ ਨਾਮ ਉਤੇ ਆਉਂਦਾ ਹੈ। ਉਚਾਈਆਂ ਵਿੱਚ ਹੋਸਾਨਾ। ਇਹ ਪ੍ਰਭੂ ਤੂੰ ਸੱਚਮੁੱਚ ਪਵਿੱਤਰ ਹੈ ਅਤੇ ਇਹ ਸਹੀ ਹੈ ਕਿ ਤੇਰੀ ਸਾਰੀ ਸ੍ਰਿਸ਼ਟੀ ਤੇਰੀ ਵਡਿਆਈ ਕਰੇ। ਤੇਰੇ ਸ਼ਬਦ ਤੇਰੇ ਬੇਟੇ ਸਾਡੇ ਪ੍ਰਭੂ ਯਿਸੂ ਮਸੀਹ ਦੇ ਰਾਹੀਂ ਅਤੇ ਰੂਹ ਪਾਕ ਦੀ ਕੁਦਰਤ ਨਾਲ ਤੂੰ ਸਾਰੇ ਸੰਸਾਰ ਨੂੰ ਜੀਵਨ ਬਖਸ਼ਦਾ ਅਤੇ ਪਾਕ ਕਰਦਾ ਹੈ। ਤੂੰ ਲਗਾਤਾਰ ਆਪਣੇ ਲਈ ਪ੍ਰਜਾ ਇਕੱਠੀ ਕਰਦਾ ਰਹਿੰਦਾ ਹੈ, ਤਾਂ ਜੋ ਚੜ੍ਹਦੇ ਸੂਰਜ ਤੋਂ ਲੈ ਕੇ ਲਹਿੰਦੇ ਤੱਕ ਇੱਕ ਸ਼ੁੱਧ ਕੁਰਬਾਨੀ ਤੇਰੇ ਪਵਿੱਤਰ ਨਾਮ ਦੇ ਲਈ ਚੜਾਈ ਜਾਵੇ। ਇਸ ਲਈ ਅਸੀਂ ਪ੍ਰਭੂ ਹਲੀਮੀ ਨਾਲ ਤੇਰੇ ਅੱਗੇ ਮਿਹਨਤ ਕਰਦੇ ਹਾਂ ਕਿ ਆਪਣੇ ਮਿਹਰ ਨਾਲ ਉਹੀ ਰੂਹ ਪਾਕ ਦੇ ਰਾਹੀਂ ਇਹਨਾਂ ਨਜ਼ਰਾਨੀਆਂ ਨੂੰ ਪਵਿੱਤਰ ਕਰ, ਜੋ ਅਸੀਂ ਤੇਰੀ ਪਾਕ ਖਜੂਰ ਵਿੱਚ ਲੈ ਕੇ ਆਏ ਹਾਂ, ਤਾਂ ਜੋ ਇਹ ਤੇਰੇ ਬੇਟੇ ਸਾਡੇ ਪ੍ਰਭੂ ਯਿਸੂ ਮਸੀਹ ਦਾ ਬਦਨ ਅਤੇ ਲਹੂ ਬਣ ਜਾਵੇ, ਜਿਸ ਦੇ ਹੁਕਮ ਨਾਲ ਅਸੀਂ ਇਹਨਾਂ ਭੇਦਾਂ ਨੂੰ ਮਨਾਉਂਦੇ ਹਾਂ। ਜਿਸ ਰਾਤ ਉਸ ਦਾ ਵਿਸ਼ਵਾਸਘਾਤ ਕੀਤਾ ਗਿਆ, ਉਸਨੇ ਰੋਟੀ ਲਈ ਅਤੇ ਤੇਰਾ ਧੰਨਵਾਦ ਕਰਦਿਆਂ ਬਰਕਤ ਦਿੱਤੀ, ਰੋਟੀ ਤੋੜੀ ਅਤੇ ਆਪਣੇ ਚੇਲਿਆਂ ਨੂੰ ਦਿੱਤੀ, ਇਹ ਕਹਿੰਦੇ ਹੋਏ, ਤੁਸੀਂ ਸਾਰੇ ਇਹ ਲਵੋ ਅਤੇ ਇਸ ਵਿੱਚੋਂ ਖਾਵੋ, ਕਿਉਂ ਜੋ ਇਹ ਮੇਰਾ ਬਦਨ ਹੈ ਜਿਹੜਾ ਤੁਹਾਡੇ ਲਈ ਕੁਰਬਾਨ ਕੀਤਾ ਜਾਵੇਗਾ। ਇਸੇ ਤਰ੍ਹਾਂ ਭੋਜਨ ਕਰਨ ਤੋਂ ਬਾਅਦ ਉਸਨੇ ਪਿਆਲਾ ਲਿਆ
ਤੇਰਾ ਧੰਨਵਾਦ ਕਰਦਿਆਂ ਬਰਕਤ ਦਿੱਤੀ। ਪਿਆਲਾ ਆਪਣੇ ਚੇਲਿਆਂ ਨੂੰ ਦਿੱਤਾ, ਇਹ ਕਹਿੰਦੇ ਹੋਏ, ਤੁਸੀਂ ਸਾਰੇ ਇਹ ਲਵੋ ਅਤੇ ਇਸ ਵਿੱਚੋਂ ਪੀਓ, ਕਿਉਂ ਜੋ ਇਹ ਮੇਰੇ ਲਹੂ ਦਾ ਪਿਆਲਾ ਹੈ, ਨਵੇਂ ਅਤੇ ਸਦੀਵੀ ਨੇਮ ਦਾ ਲਹੂ, ਜੋ ਤੁਹਾਡੇ ਅਤੇ ਬਹੁਤਿਆਂ ਵਾਸਤੇ ਗੁਨਾਹਾਂ ਦੀ ਮਾਫੀ ਲਈ ਵਹਾਇਆ ਜਾਵੇਗਾ। ਮੇਰੀ ਯਾਦ ਵਿੱਚ ਇਹ ਕਰਿਆ ਕਰੋ। ਈਮਾਨ ਦਾ ਭੇਦ। ਮਸੀਹਾ ਮਰ ਗਿਆ ਹੈ, ਮਸੀਹਾ ਜੀ ਉੱਠਿਆ ਹੈ, ਮਸੀਹਾ ਮਹਿਮਾ ਦੇ ਨਾਲ ਫਿਰ ਆਵੇਗਾ। ਇਸ ਲਈ ਇਹ ਪ੍ਰਭੂ, ਅਸੀਂ ਤੇਰੇ ਬੇਟੇ ਦੇ ਮੁਕਤੀਗਾਰੀ ਦੁੱਖ ਭੋਗ ਉਸ ਦੇ ਜਲਾਲ ਜੀ ਉਠਣ ਅਤੇ ਸੁਰਗ ਵਿੱਚ ਚੜ ਜਾਣ ਦੀ ਯਾਦਗਾਰੀ ਮਨਾਉਂਦੇ ਹਾਂ ਅਤੇ ਉਸ ਦੇ ਦੂਜੀ ਵਾਰੀ ਆਉਣ ਨੂੰ ਉਡੀਕਦੇ ਹੋਏ ਤੇਰਾ ਧੰਨਵਾਦ ਕਰਦਿਆਂ ਇਹ ਜਿਉਂਦੀ ਅਤੇ ਪਵਿੱਤਰ ਕੁਰਬਾਨੀ ਤੈਨੂੰ ਚੜਾਉਂਦੇ ਹਾਂ। ਅਸੀਂ ਬੇਨਤੀ ਕਰਦੇ ਹਾਂ ਕਿ ਤੂੰ ਆਪਣੀ ਕਲੀਸਿਆ ਦੇ ਚੜਾਵੇ ਤੇ ਨਜ਼ਰ ਕਰ ਅਤੇ ਇਸ ਕੁਰਬਾਨ ਹੋਏ ਲੇਲੇ ਨੂੰ ਪਛਾਣ, ਜਿਸ ਦੀ ਕੁਰਬਾਨੀ ਤੋਂ ਰਾਜੀ ਹੋ ਕੇ ਤੂੰ ਸਾਡਾ ਆਪਣੇ ਨਾਲ ਮੇਲ ਕਰਾਇਆ ਹੈ। ਬਖਸ਼ ਦੇ ਕਿ ਅਸੀਂ ਤੇਰੇ ਬੇਟੇ ਦੇ ਬਦਨ ਅਤੇ ਲਹੂ ਨਾਲ ਰਜਾਏ ਹੋਏ ਅਤੇ ਉਸ ਦੇ ਰੂਹ ਪਾਕ ਨਾਲ ਭਰਪੂਰ ਹੋ ਕੇ ਮਸੀਹ ਦੇ ਵਿੱਚ ਇੱਕ ਸਰੀਰ ਅਤੇ ਇੱਕ ਰੂਹ ਬਣ ਜਾਈਏ। ਉਹ ਸਾਨੂੰ ਤੇਰੇ ਲਈ ਇੱਕ ਸਦੀਵੀ ਨਜ਼ਰਾਨਾ ਬਣਾਵੇ, ਤਾਂ ਜੋ ਅਸੀਂ ਤੇਰੇ ਚੁਣਿਆ ਹੋਇਆਂ ਨਾਲ, ਖਾਸ ਕਰਕੇ ਧੰਨ ਕੁਆਰੀ ਮਰੀਅਮ ਖੁਦਾ ਦੀ ਮਾਂ ਦੇ ਨਾਲ, ਉਸੇ ਕੁਆਰੀ ਦੇ ਮੁਬਾਰਕ ਵਰ ਸੰਦੀ ਯੂਸਫ ਦੇ ਨਾਲ, ਤੇਰੇ ਧੰਨ ਰਸੂਲਾਂ ਨਾਲ, ਤੇਜਸਵੀ ਸ਼ਹੀਦਾਂ ਨਾਲ, ਸੰਤ ਯਾਕੂਬ ਦੇ ਨਾਲ ਅਤੇ ਤੇਰੇ ਸਾਰੇ ਸੰਤਾਂ ਨਾਲ ਉਹਨਾਂ ਦੇ ਵਿਰਸ ਦੇ ਵਾਰਿਸ ਬਣ ਜਾਈਏ। ਇਹਨਾਂ ਵੱਲੋਂ ਤੇਰੀ ਹਜ਼ੂਰੀ ਵਿੱਚ ਲਗਾਤਾਰ ਕੀਤੀ ਜਾਣ ਵਾਲੀ ਸਿਫਾਰਿਸ਼ ਦੀ ਯਕੀਨੀ ਮਦਦ ਤੇ ਅਸੀਂ ਭਰੋਸਾ ਰੱਖਦੇ ਹਾਂ। ਇਹ ਪ੍ਰਭੂ, ਅਸੀਂ ਇਹ ਬੇਨਤੀ ਕਰਦੇ ਹਾਂ ਕਿ ਸਾਡੇ ਮੁੜ ਮਿਲਾਪ ਦੀ ਇਹ ਕੁਰਬਾਨੀ ਸਭ ਦੁਨੀਆ ਦੀ ਸ਼ਾਂਤੀ ਅਤੇ ਮੁਕਤੀ ਲਈ ਅਸਰਦਾਇਕ ਹੋਵੇ। ਤੋ ਕਿਰਪਾ ਕਰਕੇ ਇਸ ਥਰ ਤੇ ਫੈਲੇ ਆਪਣੀ ਯਾਤਰੀ ਕਲੀਸਿਆ ਨੂੰ, ਆਪਣੇ ਸੇਵਕ ਸਾਡੇ ਸੰਤ ਪਾਪਾ ਫਰਾਂਸਿਸ ਨੂੰ, ਸਾਡੇ ਬਿਸ਼ਪ ਫਰੈਂਕ ਬਿਸ਼ਪ ਐਗਨਲੋ, ਕੁੱਲ ਦੁਨੀਆ ਦੇ ਬਿਸ਼ਪਾਂ, ਪੁਰੋਹਿਤਾਂ ਅਤੇ ਸਭ ਲੋਕਾਂ ਨੂੰ ਜਿਨ੍ਹਾਂ ਨੇ ਤੂੰ ਆਪਣਾ ਬਣਾ ਲਿਆ ਹੈ, ਈਮਾਨ ਅਤੇ ਪਿਆਰ ਵਿੱਚ ਮਜ਼ਬੂਤ ਬਣਾਉਣ ਦੀ ਮਿਹਰਬਾਨੀ ਕਰ। ਕਿਰਪਾ ਕਰਕੇ ਇਸ ਪਰਿਵਾਰ ਦੀਆਂ ਪ੍ਰਾਰਥਨਾਵਾਂ ਨੂੰ ਕਬੂਲ ਕਰ, ਜਿਸ ਨੂੰ ਤੂੰ ਆਪਣੇ ਸਾਹਮਣੇ ਸੱਦਣ ਦੀ ਮਿਹਰ ਕੀਤੀ ਹੈ। ਇਹ ਦਿਆਲੂ ਬਾਪ ਸੰਸਾਰ ਭਰ ਵਿੱਚ ਖਿਲਰੇ ਹੋਏ ਆਪਣੇ ਸਾਰੇ ਬੱਚਿਆਂ ਨੂੰ ਆਪਣੇ ਕੋਲ ਇਕੱਠੇ ਕਰਨ ਦੀ ਕਿਰਪਾ ਕਰ। ਸਾਡੇ ਮੋਏ ਹੋਏ ਭੈਣ ਭਰਾਵਾਂ ਅਤੇ ਉਹਨਾਂ ਸਾਰਿਆਂ ਨੂੰ ਜਿਹੜੇ ਤੈਨੂੰ ਖੁਸ਼ ਕਰਦੀਆਂ ਇਸ ਸੰਸਾਰ ਵਿੱਚੋਂ ਚਲਾਣਾ ਕਰ ਗਏ ਹਨ, ਮੇਰੇ ਨਾਲ ਆਪਣੇ ਰਾਜ ਵਿੱਚ ਦਾਖਲ ਕਰ। ਉੱਥੇ ਅਸੀਂ ਤੇਰੀ ਵੱਡੀ ਸ਼ਾਨ ਦੀ ਖੁਸ਼ੀ ਵਿੱਚ ਸਦਾ ਨਿਹਾਲ ਰਹਿਣ ਦੀ ਉਮੀਦ ਰੱਖਦੇ ਹਾਂ। ਸਾਡੇ ਪ੍ਰਭੂ ਯਿਸੂ ਮਸੀਹ ਦੇ ਰਾਹੀਂ, ਜਿਸ ਦੇ ਰਾਹੀਂ ਤੂੰ ਦੁਨੀਆ ਨੂੰ ਹਰ ਚੰਗੀ ਦਾਤ ਬਖਸ਼ਦਾ ਹੈ। ਉਸ ਦੇ ਰਾਹੀਂ ਅਤੇ ਉਸ ਦੇ ਨਾਲ ਅਤੇ ਉਸ ਦੇ ਵਿੱਚ ਇਹ ਖੁਦਾ ਪੂਰੀ ਕੁਦਰਤ ਵਾਲੇ ਬਾਪ, ਰੂਹ ਪਾਕ ਦੀ ਏਕਤਾ ਵਿੱਚ ਸਭ ਜਲਾਲਤ ਵਡਿਆਈ ਤੇਰੀ ਹੀ ਹੈ, ਸਦਾ ਤੋਂ ਸਦਾ ਤੀਕਰ। ਆਮੀਨ। ਆਓ ਅਸੀਂ ਸਾਰੇ ਮਿਲ ਕੇ ਪ੍ਰਾਰਥਨਾ ਕਰੀਏ, ਜਿਸ ਤਰ੍ਹਾਂ ਸਾਡਾ ਮੁਕਤੀਦਾਤਾ ਪ੍ਰਭੂ ਯਿਸੂ ਮਸੀਹ ਨੇ ਅਸਾਂ ਸਾਰਿਆਂ ਨੂੰ ਸਿਖਾਇਆ ਹੈ। ਇਹ ਸਾਡੇ ਬਾਪ ਜਿਹੜਾ ਤੂੰ ਅਸਮਾਨ ਤੇ ਹੈ, ਤੇਰਾ ਨਾਮ ਪਾਕ ਮੰਨਿਆ ਜਾਵੇ, ਤੇਰਾ ਰਾਜ ਆਵੇ, ਤੇਰੀ ਮਰਜ਼ੀ ਜਿਸ ਤਰ੍ਹਾਂ ਅਸਮਾਨ ਤੇ ਪੂਰੀ ਹੁੰਦੀ ਹੈ, ਜ਼ਮੀਨ ਤੇ ਵੀ ਹੋਵੇ। ਸਾਡੇ ਰੋਜ਼ ਦੀ ਰੋਟੀ ਅੱਜ ਸਾਨੂੰ ਦੇ, ਸਾਡੇ ਕਸੂਰ ਸਾਨੂੰ ਮਾਫ ਕਰ, ਜਿਸ ਤਰ੍ਹਾਂ ਅਸੀਂ ਆਪਣੇ ਕਸੂਰਵਾਰਾਂ ਨੂੰ ਮਾਫ ਕਰਦੇ ਹਾਂ। ਸਾਨੂੰ ਅਜ਼ਮਾਇਸ਼ ਵਿੱਚ ਨਾ ਪਾ, ਸਗੋਂ ਬੁਰਾਈ ਤੋਂ ਬਚਾ। ਆਮੀਨ। ਇਹ ਪ੍ਰਭੂ, ਅਸੀਂ ਪ੍ਰਾਰਥਨਾ ਕਰਦੇ ਹਾਂ, ਸਭ ਬੁਰਾਈਆਂ ਤੋਂ ਸਾਨੂੰ ਬਚਾ, ਆਪਣੇ ਰਹਿਮ ਨਾਲ ਸਾਡੇ ਦਿਨਾਂ ਵਿੱਚ ਸ਼ਾਂਤੀ ਦੇ, ਤਾਂ ਜੋ ਤੇਰੇ ਦਇਆ ਦੀ ਮਦਦ ਨਾਲ ਅਸੀਂ ਹਮੇਸ਼ਾ ਗੁਨਾਹਾਂ ਤੋਂ ਮੁਕਤ ਰਹੀਏ ਅਤੇ ਹਰ ਮੁਸੀਬਤ ਤੋਂ ਸੁਰੱਖਿਅਤ ਰਹੀਏ। ਜਿਵੇਂ ਮੁਬਾਰਕ ਉਮੀਦ ਰੱਖਦੇ ਹੋਏ ਅਸੀਂ ਯਿਸੂ ਮਸੀਹ ਸਾਡੇ ਮੁਕਤੀਦਾਤੇ ਦੇ ਆਉਣ ਦੀ ਉਡੀਕ ਕਰਦੇ ਹਾਂ। ਕਿਉਂ ਜੋ ਰਾਜ, ਕੁਦਰਤ ਤੇ ਪ੍ਰਤਾਪ ਯੁਗੋ ਯੁਗ ਤੇਰਾ ਹੀ ਹੈ। ਇਹ ਪ੍ਰਭੂ ਯਿਸੂ ਮਸੀਹਾ, ਤੂੰ ਆਪਣੇ ਰਸੂਲਾਂ ਨੂੰ ਆਖਿਆ, ਮੈਂ ਤੁਹਾਨੂੰ ਸ਼ਾਂਤੀ ਦਿੰਦਾ ਹਾਂ, ਆਪਣੀ ਸ਼ਾਂਤੀ ਮੈਂ ਤੁਹਾਨੂੰ ਪ੍ਰਦਾਨ ਕਰਦਾ ਹਾਂ। ਤੂੰ ਸਾਡੇ ਗੁਨਾਹ ਨੂੰ ਨਹੀਂ, ਸਗੋਂ ਆਪਣੀ ਕਲੀਸਿਆ ਦੇ ਈਮਾਨ ਨੂੰ ਵੇਖ ਅਤੇ ਉਸ ਨੂੰ ਤੇਰੀ ਮਰਜ਼ੀ ਮੁਤਾਬਿਕ ਸ਼ਾਂਤੀ ਅਤੇ ਏਕਤਾ ਪ੍ਰਦਾਨ ਕਰ। ਤੂੰ ਜੋ ਜਿਉਂਦਾ ਤੇ ਰਾਜ ਕਰਦਾ ਹੈ, ਸਦਾ ਤੋਂ
ਸਦਾ ਤੀਕਰ। ਆਮੀਨ। ਪ੍ਰਭੂ ਦੀ ਸ਼ਾਂਤੀ ਸਦਾ ਤੁਹਾਡੇ ਨਾਲ ਹੋਵੇ ਅਤੇ ਤੁਹਾਡੀ ਰੂਹ ਦੇ ਨਾਲ ਵੀ ਹੋਵੇ। ਆइए ਅਸੀਂ ਆਪੋ ਵਿੱਚ ਸ਼ਾਂਤੀ ਦਾ ਸਲਾਮ ਦੇਈਏ। ਪ੍ਰਭੂ ਦੀ ਸ਼ਾਂਤੀ। ਐ ਲੀਲੇ ਖੁਦਾ ਦੇ, ਤੂੰ ਜਿਹੜਾ ਦੁਨੀਆ ਦੇ ਗੁਨਾਹ ਚੁੱਕ ਲੈਂਦਾ ਹੈ, ਸਾਡੇ ਉੱਤੇ ਦਇਆ ਕਰ। ਐ ਲੀਲੇ ਖੁਦਾ ਦੇ, ਤੂੰ ਜਿਹੜਾ ਦੁਨੀਆ ਦੇ ਗੁਨਾਹ ਚੁੱਕ ਲੈਂਦਾ ਹੈ, ਸਾਡੇ ਉੱਤੇ ਦਇਆ ਕਰ। ਐ ਲੀਲੇ ਖੁਦਾ ਦੇ, ਤੂੰ ਜਿਹੜਾ ਦੁਨੀਆ ਦੇ ਗੁਨਾਹ ਚੁੱਕ ਲੈਂਦਾ ਹੈ, ਸਾਨੂੰ ਸ਼ਾਂਤੀ ਦੇ। ਵੇਖੋ ਖੁਦਾ ਦੇ ਲੇਲਾ, ਇਨ ਵੇਖੋ ਜਿਹੜਾ ਸੰਸਾਰ ਦੇ ਗੁਨਾਹ ਚੁੱਕ ਲੈਂਦਾ ਹੈ। ਧੰਨ ਹਨ ਉਹ ਜਿਹੜੇ ਲੇਲੇ ਦੇ ਭੋਜਨ ਲਈ ਸੱਦੇ ਗਏ ਹਨ। ਐ ਰੱਬਾ, ਮੈਂ ਇਸ ਯੋਗਤਾ ਨਹੀਂ ਹਾਂ ਕਿ ਤੂੰ ਮੇਰੀ ਛੱਤ ਥੱਲੇ ਆਵੇਂ, ਪਰ ਇੱਕ ਹੀ ਸ਼ਬਦ ਆਖ ਤਾਂ ਮੇਰੀ ਰੂਹ ਚੰਗੀ ਹੋ ਜਾਵੇਗੀ। ਪ੍ਰਭੂ ਯਿਸੂ ਮਸੀਹ ਦਾ ਪਵਿੱਤਰ ਬਦਨ ਅਤੇ ਲਹੂ ਸਾਨੂੰ ਅਨੰਤ ਜੀਵਨ ਲਈ ਸੰਭਾਲ ਰੱਖੇ। ਆਮੀਨ। ਦੁਆ ਪਾਕ ਸ਼ਰਾਕਤ ਲੈਣ ਤੋਂ ਪਹਿਲਾਂ ਐ ਮੁਬਾਰਕ ਮਰੀਅਮ, ਤੇਰਾ ਪਿਆਰਾ ਬੇਟਾ ਰੋਟੀ ਦੇ ਰੂਪ ਵਿੱਚ ਸਾਡੇ ਦਿਲਾਂ ਵਿੱਚ ਆਉਣ ਵਾਲਾ ਹੈ। ਸਾਨੂੰ ਬਰਕਤ ਦੇ ਤਾਂ ਕਿ ਅਸੀਂ ਵੀ ਤੇਰੇ ਵਾਂਗੂ ਉਸ ਨੂੰ ਮੰਨੀਏ ਅਤੇ ਪਿਆਰ ਕਰੀਏ। ਐ ਸੰਤ ਯੂਸੁਫ, ਜਿਸ ਤਰ੍ਹਾਂ ਤੂੰ ਮਸੀਹ ਨੂੰ ਪਾਲਿਆ, ਉਸੇ ਤਰ੍ਹਾਂ ਸਾਨੂੰ ਵੀ ਉਸ ਦੀ ਸੇਵਾ ਕਰਨੀ ਸਿਖਾ। ਆਮੀਨ। बड़ा कीमती है प्रभु, तेरा लहू बड़ा कीमती है। तेरा लहू बड़ा कीमती है प्रभु, तेरा लहू बड़ा कीमती है। क्योंकि उस लहू में वो ताकत है जिससे हम पाते हैं छुटकारा। क्योंकि उस लहू में वो ताकत है जिससे हम पाते हैं छुटकारा। तेरा लहू बड़ा कीमती है प्रभु, तेरा लहू बड़ा कीमती है। तेरा लहू बड़ा कीमती है प्रभु, तेरा लहू बड़ा कीमती है। तूने जो लहू बहाया है, सारी दुनिया को बचाया है। तूने जो लहू बहाया है, सारी दुनिया को बचाया है। कभी तूने किसी से न कुछ मांगा, कभी तूने किसी से न कुछ चाहा। कभी तूने किसी से न कुछ मांगा, कभी तूने किसी से न कुछ चाहा। तेरा लहू बड़ा कीमती है प्रभु, तेरा लहू बड़ा कीमती है। तेरा लहू बड़ा कीमती है प्रभु, तेरा लहू बड़ा कीमती है। ਦੁਆ ਪਾਕ ਸ਼ਰਾਕਤ ਲੈਣ ਤੋਂ ਪਿੱਛੋਂ ਐ ਇਲਾਹੀ ਯਿਸੂ, ਜਿਹੜਾ ਸੱਚਮੁੱਚ ਮੇਰੇ ਦਿਲ ਵਿੱਚ ਆਇਆ ਹੈ, ਮੈਂ ਸਾਰਿਆਂ ਫਰਿਸ਼ਤਿਆਂ ਅਤੇ ਪਾਕ ਲੋਕਾਂ ਨਾਲ ਤੈਨੂੰ ਸਿਜਦਾ ਕਰਦੀ ਹਾਂ। ਤੂੰ ਮੇਰਾ ਖਾਲਿਕ ਅਤੇ ਮਾਲਿਕ ਹੈ। ਤੇਰੀ ਬਜ਼ੁਰਗੀ, ਵਡਿਆਈ ਅਤੇ ਬੰਦਗੀ ਸਦਾ ਤੀਕਰ ਅਤੇ ਸਾਰੀ ਜ਼ਮੀਨ ਦੇ ਕੰਢਿਆਂ ਤੀਕਰ ਕੀਤੀ ਜਾਵੇ। ਐ ਮਿਹਰਬਾਨ ਯਿਸੂ, ਮੈਂ ਤੇਰੀਆਂ ਰਹਿਮਤਾਂ ਦੇ ਬਦਲੇ ਤੈਨੂੰ ਕੀ ਦੇਵਾਂ? ਮੈਂ ਕੱਖ ਅਤੇ ਮਿੱਟੀ, ਕਿਸ ਤਰ੍ਹਾਂ ਤੇਰਾ ਸ਼ੁਕਰ ਕਰਾਂ। ਮੈਂ ਤੇਰੀਆਂ ਰਹਿਮਤਾਂ ਦੇ ਗੀਤ ਸਦਾ ਗਾਵਾਂਗੀ।
ਮੈਂ ਆਪਣਾ ਬਦਨ ਅਤੇ ਰੂਹ, ਖਿਆਲਾਂ ਅਤੇ ਦਲੀਲਾਂ, ਗੱਲਾਂ ਅਤੇ ਕੰਮਾਂ, ਖੁਸ਼ੀਆਂ ਅਤੇ ਦੁੱਖਾਂ, ਨਾਲੇ ਜ਼ਿੰਦਗੀ ਅਤੇ ਮੌਤ ਨੂੰ ਤੇਰੀ ਨਜ਼ਰ ਕਰਦੀ ਹਾਂ। ਮੇਰੇ ਬਦਨ ਨੂੰ ਲੈ ਲੈ, ਇਹਦੇ ਵਿੱਚ ਵਸ ਅਤੇ ਇਹਨੂੰ ਸਭ ਗੁਨਾਹੀ ਸ਼ਹਿਵਤ ਤੋਂ ਸਾਫ਼ ਰੱਖ। ਮੇਰੀ ਮਰਜ਼ੀ ਨੂੰ ਲੈ ਲੈ ਅਤੇ ਇਹਨੂੰ ਆਪਣੀ ਮਰਜ਼ੀ ਉੱਤੇ ਚਲਾ। ਮੇਰੀ ਯਾਦ ਨੂੰ ਲੈ ਲੈ ਅਤੇ ਇਹਦੇ ਵਿੱਚ ਰਿਹਾ ਕਰ, ਤਾਂ ਜੋ ਮੈਂ ਤੈਨੂੰ ਕਦੇ ਨਾ ਭੁੱਲਾਂ। ਮੇਰੀ ਅਕਲ ਨੂੰ ਲੈ ਲੈ, ਇਹਨੂੰ ਵਧਾ, ਤਾਂ ਜੋ ਮੈਂ ਤੈਨੂੰ ਵਧੀਕ ਜਾਣਾ ਅਤੇ ਪਿਆਰ ਕਰਾਂ। ਮੈਨੂੰ ਸਾਰੇ ਨੂੰ ਲੈ ਲੈ, ਤਾਂ ਜੋ ਮੈਂ ਸਭ ਕੁਝ ਤੇਰੇ ਪਿਆਰ ਵਾਸਤੇ ਕਰਿਆ ਕਰਾਂਗੀ। ਆਮੀਨ। ਪ੍ਰਭੂ ਕਹਿੰਦਾ ਹੈ, ਸੰਸਾਰ ਦੇ ਜੀਵਨ ਲਈ ਜੋ ਰੋਟੀ ਮੈਂ ਦੇਵਾਂਗਾ ਉਹ ਮੇਰਾ ਮਾਸ ਹੈ। ਅਸੀਂ ਪ੍ਰਾਰਥਨਾ ਕਰੀ। ਇਹ ਪ੍ਰਭੂ, ਅਸੀਂ ਤੇਰੇ ਲੋਕਾਂ ਇਸ ਸਾਕਰਮੈਂਟ ਵਿੱਚ ਹਿੱਸਾ ਲਿਆ ਹੈ। ਇਹ ਪਾਕ ਸ਼ਰਾਕਤ ਸਾਨੂੰ ਬਚਾਵੇ ਅਤੇ ਤੇਰੀ ਸੱਚਾਈ ਦੇ ਚਾਨਣ ਵਿੱਚ ਸਾਨੂੰ ਕਾਇਮ ਰੱਖੇ। ਸਾਡੇ ਪ੍ਰਭੂ ਯਿਸੂ ਮਸੀਹ ਦੇ ਰਾਹੀਂ। ਆਮੀਨ। ਪ੍ਰਭੂ ਤੁਹਾਡੇ ਨਾਲ ਹੋਵੇ ਅਤੇ ਤੁਹਾਡੀ ਰੂਹ ਦੇ ਨਾਲ ਵੀ ਹੋਵੇ। ਪੂਰੀ ਕੁਦਰਤ ਵਾਲਾ ਖੁਦਾ ਬਾਪ, ਬੇਟਾ ਤੇ ਰੂਹ ਪਾਕ ਤੁਹਾਨੂੰ ਸਾਰਿਆਂ ਨੂੰ ਬਰਕਤ ਪ੍ਰਦਾਨ ਕਰੇ। ਆਮੀਨ। ਪਵਿੱਤਰ ਕੁਰਬਾਨੀ ਚੜਾਈ ਗਈ, ਸ਼ਾਂਤੀ ਨਾਲ ਜਾਵੋ। ਖੁਦਾ ਦਾ ਸ਼ੁਕਰ ਹੋਵੇ। ਦੁਆ ਯਾਦ ਕਰ। ਐ ਨਿਹਾਇਤ ਮਿਹਰਬਾਨ ਕੁਆਰੀ ਮਰੀਮ, ਪਈਏ ਕਦੀ ਨਹੀਂ ਸੁਣਿਆ ਗਿਆ ਕਿ ਕੋਈ ਵੀ ਤੇਰੀ ਪਨਾਹ ਲੱਭਦਿਆਂ, ਤੇਰੀ ਮਦਦ ਚਾਹੁੰਦਿਆਂ, ਤੇਰੀ ਸਿਫਾਰਿਸ਼ ਮੰਗਦਿਆਂ ਤੇਥੋਂ ਖਾਲੀ ਗਿਆ ਹੋਵੇ। ਐ ਕੁਆਰੀ ਕੁਆਰੀਆਂ ਦੀ ਅਤੇ ਮੇਰੀ ਮਾਂ, ਮੈਂ ਇਸ ਤਸੱਲੀ ਨਾਲ ਤੇਰੇ ਕੋਲ ਨੱਸੀ ਆਉਂਦੀ ਹਾਂ। ਤੇਰੇ ਅੱਗੇ ਖਲੋ ਕੇ ਮੈਂ ਗੁਨਾਹੀ ਰੋਂਦੀ ਹਾਂ। ਐ ਦੇ ਤਾਰੇ ਹੋਏ ਕਲਾਮ ਦੀ ਮਾਂ, ਮੇਰੀਆਂ ਅਰਜ਼ਾਂ ਨੂੰ ਹਕੀਰ ਨਾ ਜਾਣੀ, ਸਗੋਂ ਮਿਹਰਬਾਨੀ ਨਾਲ ਸੁਣੀ ਅਤੇ ਕਬੂਲ ਕਰੀ। ਆਮੀਨ। ਪਵਿੱਤਰ ਕੁਆਰੀ ਮਰੀਮ, ਸ਼ਾਂਤੀ ਦੀ ਰਾਣੀ, ਸਾਡੇ ਲਈ ਦੁਆ ਕਰ। ਸਲਾਮ ਰਾਣੀ ਅਸਮਾਨਾਂ ਦੀਏ, ਹੋਵੇ ਤੈਨੂੰ ਸਲਾਮ ਰਾਣੀ ਅਸਮਾਨਾਂ ਦੀਏ। ਤੈਨੂੰ ਕਰਨ ਸਲਾਮਾ ਸਲਾਮਾ ਲਾਇਕ ਸਲਾਮਾ, ਕੁੱਲ ਨਸਲਾਇਆ ਖਾਸ ਤੇ ਆਮਾ, ਖਾਸ ਤੇ ਆਮਾ। ਸਾਡੀ ਮਾਂ ਪਿਆਰੀ, ਮਾਂ ਪਿਆਰੀ, ਗਾਵਾਂ ਵਿੱਚ ਤਸੱਲੀ ਪਾਰੀ, ਤਸੱਲੀ ਪਾਰੀ। ਤੇਰਾ ਹੈ ਨਾਮ ਰਾਣੀ ਅਸਮਾਨਾਂ ਦੀਏ, ਹੋਵੇ ਤੈਨੂੰ ਸਲਾਮ ਰਾਣੀ ਅਸਮਾਨਾਂ ਦੀਏ, ਹੋਵੇ ਤੈਨੂੰ ਸਲਾਮ ਰਾਣੀ ਅਸਮਾਨਾਂ ਦੀਏ।